तस्वीरां मुख्यमंत्री साहब ने अपने दफ्तर के लगाइया ने और सरकारी दफ्तर लगाइया ने, मैं इत्थों उन्होंने हथ जोड़ के अपील करदा कि जे तुसीं BR अंबेडकर साहब का संविधान ही नहीं मनना तो वो तस्वीरां अज ही अपने दफ्तर च उतार दो, तुहानूं वो तस्वीरां लगाउण दा कोई हक नहीं। कलम छोड़ हड़ताल करांगे, कहते की हो गया जी? वो कहते साडे नाल दा रिश्वत लैंदा फड़ लिया, हड़ताल कर लो, उस तो बाद वो कलम किहनूं देनी है ये फैसला सरकार करूगी कि भाई आयो ना फिर कलम तो बाद एक बार कलम छड्ड के दिखाओ। तुसीं फिर लख लख डेढ़ लाख तनखाहां लैंदे हो, रोज हड़ताल। वो साडे कोले लखां बेरोजगार मुंडे कुड़ियां तुहाडे नालों वध पढ़े लिखे बैठे ने जिहड़े उस कलम नूं फड़न लई तैयार ने। शायद मैनूं समझदे होणगे नवें आए ने, बाज अख है मेरी कि कौन कित्थे लोकां नूं तंग कर रहा। कलम छोड़ वाले ने अगे दी अगे बंदे रखे हुए ने, आप जांदे ही नहीं उत्थे। 10,000 ते रखा है बंदा क्योंकि आप इन्नी लैंदा है, आप कोई प्रॉपर्टी डीलिंग का काम करता है। मेरे को सारिया लिस्टां पईयां ने, जे धमकी मननी है धमकी मन लो। क्योंकि कि रेवन्यू पटवार यूनियन की जी लड़ाई आ वो बेरोजगार नौजवानों वास्ते आ, क्योंकि अज पंजाब दे विच 4716 पटवार सर्कल ने, जिहदे विचों तकरीबन 3000 पटवार सर्कल अज खाली आ, जिन्हां दा असीं काम वाधू तौर पर, क्योंकि 1 साल पहला सरकार नाल कमिटमेंट हुई सी कि असीं रोजगार देण जा रहे हैं, क्योंकि पटवारी की पोस्ट बड़ी अहम आ। ਉਹਦੀ 1.5 साल की ट्रेनिंग होंदी सी, पहला 1 साल की स्कूल की ट्रेनिंग, 6 महीने की उसकी फील्ड ट्रेनिंग किसी ट्रेन पटवारी नाल। 6 जुलाई 2022 ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੈਕਟਰ 35 ਦੇ ਵਿੱਚ ਉਹਨਾਂ ਦਾ ਰਾਜ ਪੱਧਰੀ ਪ੍ਰੋਗਰਾਮ ਕੀਤਾ। 1090 ਦੀ ਜੋ ਪਟਵਾਰੀ ਭਰਤੀ ਕਾਂਗਰਸ ਗੌਰਮੈਂਟ ਦੇ ਵਿੱਚ ਹੋ ਚੁੱਕੀ ਸੀ, ਉਹਨਾਂ ਦੀ ਜੁਆਇਨਿੰਗ ਕਰਾਈ ਔਰ ਉਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਕਿ ਪਿਛਲੇ 70 ਸਾਲ 'ਚ ਜੋ ਨਹੀਂ ਹੋਇਆ ਉਹ ਹੁਣ ਹੋਊਗਾ। ਤੁਹਾਡੀ ਜਿਹੜੀ ਟ੍ਰੇਨਿੰਗ ਆ ਉਹ ਸਰਵਿਸ ਦਾ ਪਾਰਟ ਔਰ ਟ੍ਰੇਨਿੰਗ ਘਟਾ ਕੇ 1 ਸਾਲ ਦੀ ਔਰ ਟ੍ਰੇਨਿੰਗ ਦੇ ਵਿੱਚ 5000 ਰੁਪਏ ਪ੍ਰਤੀ ਮਹੀਨਾ ਦੀ ਬਜਾਏ ਪੂਰੀ ਬੇਸਿਕ ਸੈਲਰੀ ਜੋ 19,900 ਸੈਂਟਰ ਸਕੇਲਾਂ ਦੇ ਅਧੀਨ 13-14 ਮਹੀਨਿਆਂ ਤੋਂ ਉਹ ਨੌਜਵਾਨ ਬੱਚੇ ਜਿਨ੍ਹਾਂ ਨੇ ਜ਼ੋਰਦਾਰ ਤਾੜੀਆਂ ਉਹ ਹਾਲ ਦੇ ਵਿੱਚ ਮਾਰੀਆਂ ਸੀ, ਉਹ ਵੇਟ ਕਰ ਰਹੇ ਨੇ। ਉਹਨਾਂ ਨੂੰ ਅੱਜ ਵੀ 167 ਰੁਪਏ ਦਿਹਾੜੀ ਦਿੱਤੀ ਜਾ ਰਹੀ ਆ। ਜਿਹੜੇ 3 ਲੱਖ ਬੱਚੇ ਦੇ ਵਿੱਚੋਂ ਕੰਪੀਟੀਸ਼ਨ ਲੜ ਕੇ ਪੰਜਾਬ ਦੀ ਕਰੀਮ ਸਿਲੈਕਟ ਹੋਈ ਉਹਨਾਂ ਪੋਸਟਾਂ ਦੇ ਉੱਪਰ, ਉਹਦੇ ਵਿੱਚੋਂ ਸਾਡੀ ਤਰਾਸ਼ ਦੀ ਕਿ ਅਸੀਂ ਪੰਜਾਬ ਨੂੰ ਰੰਗਲਾ ਬਣਾਉਣ ਦੀ ਖਾਬ ਬਣ ਰਹੇ ਹਾਂ। BSc MSc MTech ਬੱਚਿਆਂ ਨੂੰ 167 ਰੁਪਏ ਦਿਹਾੜੀ ਵੀ ਦੇ ਰਹੇ ਨਾਲ ਦੇ ਨਾਲ। ਉਹ 400 ਬੱਚਾ ਚੱਲਦੀ ਟ੍ਰੇਨਿੰਗ ਦੇ ਵਿੱਚ ਨੌਕਰੀ ਛੱਡ ਗਿਆ। ਅੱਜ ਜਦੋਂ ਉਹਨਾਂ ਦੇ 9 ਮਹੀਨੇ ਦੀ ਟ੍ਰੇਨਿੰਗ ਪੂਰੀ ਕਰਕੇ ਇਮਤਿਹਾਨ ਤੇ ਜਾਣ ਦੀ ਵਾਰੀ ਆਈ ਤਾਂ ਫਿਰ ਸਰਕਾਰ ਮੁੱਕਰ ਗਈ। ਟ੍ਰੇਨਿੰਗ ਦੇ ਵਿੱਚ 6 ਮਹੀਨੇ ਦਾ ਵਾਧਾ ਕਰ ਦਿੱਤਾ ਗਿਆ। ਇਹ ਜਿਹੜਾ ਸਾਡਾ ਸੰਘਰਸ਼ ਸੀਗਾ ਇਹ 5 ਅਗਸਤ ਤੋਂ ਲਗਾਤਾਰ ਚੱਲਿਆ ਆ ਰਿਹਾ। 5 ਅਗਸਤ ਤੋਂ ਸਾਡੇ ਵੱਲੋਂ ਜੋ ਕੰਮ ਬੰਦ ਕੀਤੇ ਗਏ ਨੇ, ਨੈਸ਼ਨਲ ਹਾਈਵੇ ਦਾ ਕੰਮ ਬਿਲਕੁਲ ਬੰਦ, ਲਾਲ ਲਖੀਰ ਦਾ ਕੰਮ ਬਿਲਕੁਲ ਬੰਦ, ਕਿਉਂਕਿ ਸਾਤੋਂ ਇਹ ਵਾਧੂ ਕੰਮ ਲਏ ਜਾ ਰਹੇ ਨੇ। ਸਰਕਾਰ ਨਾਲ ਟੇਬਲ ਟਾਕ ਹੋਈ ਸੀ, ਨੋ ਵਰਕ ਨੋ ਪੇ, ਐਕਸਟਰਾ ਵਰਕ ਐਕਸਟਰਾ ਪੇ, ਕਿਉਂਕਿ ਇਹ ਸਰਕਾਰ ਨੇ ਜੋ ਅੱਜ ਐਸਮਾ ਦਾ ਪੱਤਰ ਕੱਢਿਆ ਕੋਈ ਪਹਿਲੀ ਵਾਰ ਨਹੀਂ ਹੈਗਾ। ਇਸ ਤੋਂ ਪਹਿਲਾਂ ਵੀ ਇਹ ਨੋ ਵਰਕ ਨੋ ਪੇ ਦਾ ਪੱਤਰ ਕੱਢ ਚੁੱਕੇ ਨੇ ਤੇ ਵਾਪਸ ਲੈ ਚੁੱਕੇ ਨੇ। ਔਰ ਪੰਚਾਇਤਾਂ ਦਾ ਫੈਸਲਾ ਤੁਹਾਡੇ ਸਾਹਮਣੇ ਆ ਕਿ ਅੱਜ ਯੂ ਟਰਨ ਕਿਸ ਤਰ੍ਹਾਂ ਲਿਆ ਗਿਆ ਔਰ ਸਾਡੇ ਇਸ ਸੰਘਰਸ਼ ਨੂੰ ਖਰਾਬ ਕਰਨ ਦੇ ਲਈ ਜੋ ਘਟੀਆ ਸ਼ਬਦਾਵਲੀ ਪਟਵਾਰ ਯੂਨੀਅਨ ਤੇ ਕਾਨੂੰਨ ਯੂਨੀਅਨ ਵਾਸਤੇ ਵਰਤੀ ਗਈ, ਅਸੀਂ ਉਹਦੀ ਪੂਰਜ਼ੋਰ ਨਿੰਦਾ ਕਰਦੇ ਹਾਂ, ਕਿਉਂਕਿ ਉਹਨਾਂ ਨੇ ਕਿਹਾ ਕਿ ਰਿਸ਼ਵਤਖੋਰੀ ਵਿੱਚ ਫਸੇ ਬੰਦਿਆਂ ਨੂੰ ਬਚਾਉਣ ਦੇ ਲਈ ਸੰਘਰਸ਼ ਕੀਤਾ ਜਾ ਰਿਹਾ। 29 ਨੰਬਰ FIR ਥਾਣਾ ਬਿਜ਼ਨਸ ਬਿਊਰੋ ਪਟਿਆਲਾ ਵੱਲੋਂ ਦਰਜ ਕੀਤੀ ਆ 23/8/2023 ਨੂੰ। ਮੇਰੇ ਕੋਲ ਉਹਦੀਆਂ ਕਾਪੀਆਂ ਨੇ। ਉਹਦੇ ਸੰਬੰਧ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਭਰਤੀ ਕੀਤੇ ਇਮਾਨਦਾਰ DC, ਕਿਉਂਕਿ ਪਹਿਲੇ ਕਹਿੰਦੇ DC ਵੀ ਬੇਈਮਾਨ ਹੁੰਦੇ ਸੀ, ਇਮਾਨਦਾਰ DC ਜਤਿੰਦਰ ਜੋਰਵਾਲ ਜੀ ਵੱਲੋਂ ਆਹ 25/8 ਨੂੰ ਲਿਖੀ ਹੋਈ ਰਿਪੋਰਟ ਆ ਜੋ ਸਰਕਾਰ ਨੂੰ ਭੇਜੀ ਆ ਕਿ ਬਿਜ਼ਨਸ ਬਿਊਰੋ ਪਟਿਆਲਾ ਰੇਂਜ ਵੱਲੋਂ ਜਿਹੜੀ FIR ਨੰਬਰ 29 ਦਰਜ ਕੀਤੀ ਗਈ ਆ, ਇਹ ਬਿਜ਼ਨਸ ਐਕਟ ਦੀ ਉਲੰਘਣਾ 17A ਜੋ ਧਾਰਾ ਜਿਹਦੇ ਵਿੱਚ ਸਰਕਾਰੀ ਮੁਲਾਜ਼ਮ ਦੇ ਪ੍ਰਤੀ ਮੁਕੱਦਮਾ ਦਰਜ ਕਰਨ ਵਾਸਤੇ ਪ੍ਰਵਾਨਗੀ ਲੈਣੀ ਆ ਉਹ ਨਹੀਂ ਲਈ ਗਈ। ਇਸ ਪੱਤਰ ਲਿਖਣ ਦੇ ਬਾਵਜੂਦ ਇਸ FIR ਦੇ ਵਿੱਚ ਕੋਈ ਕਰਪਸ਼ਨ ਦਾ ਚਾਰਜ ਹੋਵੇ ਤਾਂ ਅਸੀਂ ਜ਼ਿੰਮੇਵਾਰ ਹਾਂ। ਔਰ ਜੋ ਸਾਡੇ ਨਾਲ 30 ਤਰੀਕ ਦੀ ਮੀਟਿੰਗ ਪਹਿਲਾਂ ਹੀ ਪ੍ਰਿੰਸੀਪਲ ਸੈਕਟਰੀ ਟੂ CM ਫਿਕਸ ਸੀਗੀ, ਉਹ 31 ਤਰੀਕ ਦੀ ਕੀਤੀ ਗਈ ਔਰ 31 ਤਰੀਕ ਵਾਲੀ ਮੀਟਿੰਗ ਸ਼ਾਮ ਨੂੰ 7:30 ਵਜੇ ਰੱਦ ਕਰ ਦਿੱਤੀ ਗਈ। ਔਰ ਉਸ ਤੋਂ ਬਾਅਦ ਸਾਨੂੰ ਐਸਮਾ ਵਰਗੇ ਕਾਨੂੰਨ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਔਰ ਜੋ ਸਾਡਾ ਮਿੱਥਾ ਪ੍ਰੋਗਰਾਮ ਆ, ਅੱਜ ਅਸੀਂ ਇਸ ਸਟੇਜ ਤੋਂ
ਮੁੱਖ ਮੰਤਰੀ ਪੰਜਾਬ ਜੀ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ 167 ਰੁਪਏ ਨਰੇਗਾ ਮਜ਼ਦੂਰ ਵਾਲੀ ਦਿਹਾੜੀ ਦੇ ਉੱਪਰ ਅਗਰ ਤੁਹਾਡੇ ਕੋਲ ਬੇਰੁਜ਼ਗਾਰਾਂ ਦੀ ਕੋਈ ਫੌਜ ਆਉਣ ਵਾਸਤੇ ਤਿਆਰ ਆ ਤਾਂ ਅੱਜ ਅਸੀਂ 3000 ਹਲਕਿਆਂ ਦੀਆਂ ਕਲਮਾਂ ਉਹਨਾਂ ਨੂੰ ਭੇਟ ਕਰਦੇ ਹਾਂ। ਅੱਜ 3000 ਹਲਕਿਆਂ ਦਾ ਪੈਨ ਡਾਊਨ ਬਿਲਕੁਲ ਕਰਦੇ ਹਾਂ। ਜਿਹੜਾ ਅਸੀਂ ਵਾਧੂ ਗੱਲਬਾਤ ਸਾਡੇ ਤੇ ਚਾੜਿਆ ਹੋਇਆ ਸੀ, ਅੱਜ ਬਿਲਕੁਲ ਉਹ ਹਲਕਿਆਂ ਦੀ ਪੈਨ ਡਾਊਨ ਆ ਔਰ ਜੋ ਉਹਨਾਂ ਨੇ ਆਪਦੇ ਵੱਲੋਂ ਕਾਰਵਾਈ ਕਰਨੀ ਆ ਉਹਦਾ ਬਿਲਕੁਲ ਸਵਾਗਤ ਕਰਾਂਗੇ, ਕਿਉਂਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਇਸ ਚੱਲਦੇ ਸੰਘਰਸ਼ ਦੇ ਵਿੱਚ ਜੋ ਅਸੀਂ ਵਾਧੂ ਕੰਮ ਕਰਨ ਉਹਦੇ ਪਟਵਾਰੀਆਂ ਨੇ ਅੱਜ ਤੋਂ 31 ਤਰੀਕ ਆ 1 ਸਤੰਬਰ ਤੋਂ ਸਾਡਾ ਨਵਾਂ ਜਰੈਦੀ ਸਾਲ ਸ਼ੁਰੂ ਹੁੰਦਾ, ਜੋ ਸਾਡੇ ਕੋਲ ਢੇਰ ਬੁੱਕਾ ਜਿਹਨੂੰ ਅਸੀਂ ਰੋਜ਼ਨਾਮ ਜਾਂ ਬਾਕਿਆਤੀ ਕਹਿੰਦੇ ਆ, ਸਿਰਫ ਪੱਕੇ ਸਰਕਲਾਂ ਦੇ ਰੋਜ਼ਨਾਮ ਜਾਂ ਬਾਕਿਆਤੀ ਲਏ ਜਾਣਗੇ। ਪੱਕੇ ਸਰਕਲਾਂ ਦੇ ਸਾਰੇ ਕੰਮ ਕੀਤੇ ਜਾਣਗੇ, ਹੜ੍ਹਾਂ ਦੇ ਕੰਮ ਕੀਤੇ ਜਾਣਗੇ। ਇਸ ਤੋਂ ਇਲਾਵਾ ਕੋਈ ਕੰਮ ਪਟਵਾਰੀ ਕਾਨੂੰਗੋ ਵੱਲੋਂ ਵਾਧੂ ਤੌਰ ਤੇ ਨਹੀਂ ਕੀਤਾ ਜਾਊਗਾ। ਅਗਰ ਇਸ ਚੱਲਦੇ ਸੰਘਰਸ਼ ਦੇ ਵਿੱਚ ਪੰਜਾਬ ਦਾ ਕੋਈ ਵੀ ਕਲੈਕਟਰ ਕਿਸੇ ਸਾਡੇ ਕਾਨੂੰਗੋ ਨੂੰ, ਕਿਸੇ ਸਾਡੇ ਪਟਵਾਰੀ ਨੂੰ ਵਾਧੂ ਕੰਮ ਥੋਪਣ ਦੀ ਕੋਸ਼ਿਸ਼ ਕਰਦਾ, ਉਸ ਕਲੈਕਟਰ ਦੇ ਖਿਲਾਫ ਬਾਈ ਨੇਮ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤਹਿਤ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦੀ ਰੈਵਨਿਊ ਪਟਵਾਰ ਯੂਨੀਅਨ ਆਫ ਦੀ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਬਾਈ ਨੇਮ ਮੁਕੱਦਮਾ ਦਰਜ ਕਰਾਊਗੀ, ਉੱਥੇ ਚਾਰਾਜੋਈ ਕਰੂਗੀ। ਉਸ ਕਲੈਕਟਰ ਨੂੰ ਬਾਈ ਨੇਮ ਪਾਰਟੀ ਬਣਾਇਆ ਜਾਊਗਾ ਜਿਹੜਾ ਸਾਡੇ ਕਿਸੇ ਪਟਵਾਰੀ ਨਾਲ, ਕਿਸੇ ਕਾਨੂੰਗੋ ਨਾਲ ਉਹਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ, ਉਹਦੇ ਅਧਿਕਾਰ ਖੇਤਰ ਦੀ ਉਲੰਘਣਾ ਕਰਦੇ ਹੋਏ ਉਹਨੂੰ ਵਾਧੂ ਕੰਮ ਥੋਪਦਾ। ਔਰ ਅੱਜ ਤੋਂ ਜੋ ਸਾਡੇ ਪੈਨ ਡਾਊਨ ਦਾ ਐਲਾਨ ਆ, ਉਹ ਜਿਹੜਾ ਐਸਮਾ ਜੋ ਇਹਨਾਂ ਨੇ 31 ਅਕਤੂਬਰ ਤੱਕ ਮਾਨਯੋਗ ਕੈਪਸ਼ਨਾਂ ਜੀ ਵੱਲੋਂ ਚਿੱਠੀ ਨਿਕਲੀ ਆ, ਉਹ ਬੜੇ ਕਾਨੂੰਨ ਦੇ ਮਾਹਰ ਨੇ, ਉਹਨੂੰ ਵੀ ਹਾਈ ਕੋਰਟ ਦੇ ਵਿੱਚ ਜਥੇਬੰਦੀ ਚੈਲੰਜ ਕਰੂਗੀ, ਕਿਉਂਕਿ ਸਿੱਧੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਭਾਰਤੀ ਸੰਵਿਧਾਨ ਦੀ ਉਲੰਘਣਾ ਔਰ ਜੋ ਤਸਵੀਰਾਂ ਮੁੱਖ ਮੰਤਰੀ ਸਾਹਿਬ ਨੇ ਆਪਣੇ ਦਫ਼ਤਰ ਦੇ ਵਿੱਚ ਲਗਾਈਆਂ ਨੇ ਔਰ ਸਰਕਾਰੀ ਦਫ਼ਤਰਾਂ 'ਚ ਲਗਾਈਆਂ ਨੇ, ਮੈਂ ਇੱਥੋਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਜੇ ਤੁਸੀਂ BR ਅੰਬੇਦਕਰ ਸਾਹਿਬ ਦਾ ਸੰਵਿਧਾਨ ਹੀ ਨਹੀਂ ਮੰਨਣਾ, ਤੁਸੀਂ ਇੱਕ ਸੰਘਰਸ਼ਾਂ 'ਚੋਂ ਨਿਕਲੀ ਹੋਈ ਪਾਰਟੀ ਇਸ ਤਰੀਕੇ ਨਾਲ ਤੁਸੀਂ ਮੁਲਾਜ਼ਮਾਂ ਦਾ ਗਲ ਘੁੱਟਣ ਵਾਸਤੇ ਤਿਆਰ ਬੈਠੇ ਹੋ, ਤਾਂ ਉਹ ਤਸਵੀਰਾਂ ਅੱਜ ਹੀ ਆਪਣੇ ਦਫ਼ਤਰਾਂ 'ਚ ਉਤਾਰ ਦਿਓ। ਤੁਹਾਨੂੰ ਉਹ ਤਸਵੀਰਾਂ ਲਗਾਉਣ ਦਾ ਕੋਈ ਹੱਕ ਨਹੀਂ, ਚਾਹੇ ਉਹ ਸਰਦਾਰ ਭਗਤ ਸਿੰਘ ਸ਼ਹੀਦ ਆਜ਼ਮ ਦੀ ਤਸਵੀਰ ਆ, ਚਾਹੇ ਡਾਕਟਰ BR ਅੰਬੇਦਕਰ ਦੀ ਤਸਵੀਰ ਆ। ਔਰ ਇੱਥੋਂ ਮੈਂ ਇਹ ਵੀ ਥੋੜੇ ਮਾਧਿਅਮ ਰਾਹੀਂ ਸਪਸ਼ਟ ਕਰਦਾ ਕਿ ਸਾਡੇ ਮੰਗਾਂ ਮਸਲੇ ਲਗਾਤਾਰ ਚੱਲੇ ਆ ਰਹੇ ਨੇ। 1 ਸਾਲ ਤੋਂ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਰਾ ਕੁਝ ਧਿਆਨ 'ਚ ਆ। 9 ਸਤੰਬਰ 2022 ਨੂੰ ਮਾਨਯੋਗ ਫਾਈਨਾਂਸ ਮਿਨਿਸਟਰ ਹਰਪਾਲ ਸਿੰਘ ਜੀ ਚੀਮਾ, ਮਾਨਯੋਗ ਰੈਵਨਿਊ ਮਿਨਿਸਟਰ ਬ੍ਰਹਮ ਸ਼ੰਕਰ ਜੇਪਾ ਜੀ ਨਾਲ ਜੋ ਮੀਟਿੰਗ ਹੋਈ ਸੀ, ਉਹਨਾਂ ਨੇ ਸਮਾਂ ਮੰਗਿਆ ਸੀ। ਅਸੀਂ ਬਹੁਤ ਸਮਾਂ ਦੇ ਦਿੱਤਾ। ਅੱਜ 1.5 ਸਾਲ ਹੋ ਗਿਆ ਸੱਤਾ ਦੇ ਵਿੱਚ ਆਇਆਂ ਨੂੰ। ਹੁਣ ਅਸੀਂ ਕਿਸੇ ਗੱਲ ਦੇ ਵਿੱਚ ਜੋ ਸਾਡਾ ਪ੍ਰੋਟੋਕਾਲ ਆ, ਇੱਕ ਸਰਕਲ ਦੀ ਅਸੀਂ ਤਨਖਾਹ ਲੈਂਦੇ ਆ। ਜੋ CM ਸਾਹਿਬ ਦਾ ਇਹ ਵੀ ਬਿਆਨ ਆ ਕਿ 1.5 ਲੱਖ ਰੁਪਇਆ ਤਨਖਾਹ ਲੈਂਦੇ ਨੇ। ਆ ਸਾਰੀ ਪੰਜਾਬ ਪਾਰਟੀ ਇੱਥੇ ਬੈਠੀ ਆ, ਕਿਸੇ ਇੱਕ ਕਾਨੂੰਗੋ ਦੀ, ਇੱਕ ਪਟਵਾਰੀ ਦੀ ਉਹ 1.5 ਲੱਖ ਦੀ ਤਨਖਾਹ ਹੀ ਸਾਬਤ ਕਰ ਦੇਣ, ਕਿਉਂਕਿ ਉਸ ਕੁਰਸੀ ਤੇ ਬੈਠ ਕੇ ਇਹੋ ਜਿਹੇ ਝੂਠੇ ਬਿਆਨ ਦੇਣੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੇ। ਮੈਂ ਇੱਕ ਵਾਰ ਫੇਰ ਪੰਜਾਬ ਦੇ ਨੌਜਵਾਨਾਂ ਵੱਲੋਂ, ਪੰਜਾਬ ਦੀ ਜਨਤਾ ਵੱਲੋਂ ਉਹਨਾਂ ਨੂੰ ਨਿਮਰਤਾ ਸਹਿਤ ਅਪੀਲ ਕਰਦਾ ਕਿ 1090 ਪਟਵਾਰੀ ਤੁਸੀਂ ਭਰਤੀ ਕੀਤੇ ਸੀ 167 ਰੁਪਏ ਦਿਹਾੜੀ ਤੇ। ਅੱਜ ਤੁਹਾਡੇ ਕੋਲ ਮੌਕਾ, ਅਸੀਂ 3000 ਸਰਕਲ ਦੀ ਪੈਨ ਡਾਊਨ ਕਰਕੇ ਚੱਲੇ ਆ। ਸਵੇਰ ਨੂੰ ਸਵਾਗਤ ਹੈ ਇਸ ਗੱਲ ਦਾ ਕਿ ਤੁਸੀਂ ਆਪਣੇ ਬਿਆਨ ਤੇ ਪੱਕੇ ਰਹੋ। ਉਹਨਾਂ 3000 ਸਰਕਲਾਂ ਦੇ ਉੱਪਰ 167 ਰੁਪਏ ਦਿਹਾੜੀ ਤੇ ਨੌਜਵਾਨ ਭਰਤੀ ਕਰਿਓ, ਚਾਹੇ ਆਪਣੇ ਵਲੰਟੀਅਰ ਕਰ ਲਿਓ। ਅਸੀਂ ਇੱਥੋਂ ਵੀ ਚੈਲੰਜ ਕਰਦੇ ਆ, ਜੋ ਵਾਧੂ ਕੰਮ ਅਸੀਂ ਅੱਜ ਤੋਂ ਬਿਲਕੁਲ ਬੰਦ ਕਰ ਦਿੱਤਾ, ਉਹਦੀ ਬਿਲਕੁਲ ਪੈਨ ਡਾਊਨ। ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਾਂਗੇ। ਜੋ ਐਲਾਨ ਦੀ ਰੈਵਨਿਊ ਪਟਵਾਰ ਯੂਨੀਅਨ ਨੇ, ਕਾਨੂੰਨ ਯੂਨੀਅਨ ਨੇ ਕੀਤਾ, ਉਹ ਬਿਲਕੁਲ ਸੰਵਿਧਾਨ ਦੇ ਦਾਇਰੇ ਵਿੱਚ ਰਹਿੰਦਿਆਂ ਕੀਤਾ। ਕੋਈ ਅਸੀਂ ਕਿਸੇ ਤਰੀਕੇ ਦੀ ਵਾਇਲੇਸ਼ਨ ਨਹੀਂ। ਪਰ ਜੋ ਰੋਲ ਪਿਛਲੇ ਦਿਨਾਂ ਦੇ ਵਿੱਚ ਅਫਸਰਸ਼ਾਹੀ ਵੱਲੋਂ ਸਾਡੇ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਔਰ ਜੋ ਮੀਡੀਆ ਦੇ ਕੁਝ ਹਿੱਸੇ ਵੱਲੋਂ ਚਲਾਇਆ ਜਾ ਰਿਹਾ, ਮੈਂ ਉਹਦੀ ਜ਼ਰੂਰ ਨਿੰਦਾ ਕਰਦਾ, ਕਿਉਂਕਿ ਸਾਡਾ ਕੋਈ ਵੀ ਮਸਲਾ ਕਰਪਸ਼ਨ ਨਾਲ ਜੁੜਿਆ ਨਹੀਂ ਹੈਗਾ। ਕਰਪਸ਼ਨ ਦੇ ਵਿੱਚ ਜੇ ਸਰਕਾਰ 0% ਟੋਲਰੈਂਸ ਰੱਖਦੀ ਆ, ਜੋ ਦੇਸ਼ ਦਾ ਕਾਨੂੰਨ ਆ ਉਹ ਪੱਗ ਦਾ ਰੰਗ ਬਦਲਣ ਨਾਲ ਨਹੀਂ ਬਦਲਿਆ। ਉਹ ਕਾਨੂੰਨ ਦੇ ਅਨੁਸਾਰ ਕਾਰਵਾਈ ਹੋਵੇ, ਚਾਹੇ ਬਿਜ਼ਨਸ ਬਿਊਰੋ ਕਰੇ, ਚਾਹੇ ਪੁਲਿਸ ਵਿਭਾਗ ਕਰੇ, ਜੋ ਵੀ ਕਰੇ, ਉਹਦੇ ਵਿੱਚ ਕਿਸੇ ਵੀ ਸਾਥੀ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਇਸ FIR ਦੇ ਜ਼ਰੀਏ ਔਰ ਇਹਦੇ ਨਾਲ ਮਿਲਦੀਆਂ ਜੁਲਦੀਆਂ 10 FIR ਸਾਡੇ ਕੋਲ ਹੋਰ ਨੇ, ਜਿਹਦੇ ਵਿੱਚ ਸਾਡੇ ਸਾਥੀਆਂ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਆ। ਉਹਨਾਂ ਨੂੰ ਬਿਆਨਾਂ ਵਾਸਤੇ ਬੁਲਾ ਕੇ 17A ਦੀ ਉਲੰਘਣਾ ਕਰਕੇ 10 ਜਨਵਰੀ 2023 ਨੂੰ ਇਹ ਬਦਲਾਅ ਵਾਲੀ ਸਰਕਾਰ ਨੇ ਵੀ ਪੱਤਰ ਜਾਰੀ ਕੀਤਾ ਕਿ ਇਹ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ, ਪਰੰਤੂ ਇਹ ਵਾਇਲੇਸ਼ਨ ਲਗਾਤਾਰ ਜਾਰੀ ਆ। ਹੁਣ ਜੇਕਰ ਕੋਈ ਪੁਲਿਸ ਦਾ ਜਾਂ ਕੋਈ ਬਿਜ਼ਨਸ ਦਾ IO 17A ਦੀ ਜਾਂ ਗ੍ਰਹਿ ਤੇ ਨਿਆਂ ਵਿਭਾਗ ਦੀਆਂ ਚਿੱਠੀਆਂ ਦੀ ਉਲੰਘਣਾ ਕਰੂਗਾ, ਤਾਂ ਉਹਨਾਂ IOਆਂ ਦੇ ਖਿਲਾਫ ਵੀ ਹਾਈ ਕੋਰਟ ਦੇ ਵਿੱਚ ਦਰਵਾਜ਼ਾ ਖੜਕਾਇਆ ਜਾਊਗਾ ਔਰ ਬਾਈ ਨੇਮ ਉਹਨਾਂ ਨੂੰ ਘੜੀਸਿਆ ਜਾਊਗਾ ਉੱਥੇ, ਕਿਉਂਕਿ ਉਹਨਾਂ ਵਾਸਤੇ ਜਿਹੜਾ ਕਾਨੂੰਨ ਆ ਉਹ ਲਾਗੂ ਕਰਾਇਆ ਜਾਊਗਾ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਇੱਕ ਵਾਰ ਫੇਰ ਸਾਰੀ ਪ੍ਰੈਸ ਦਾ ਧੰਨਵਾਦ।
ਜੋ ਵੀ ਇਹ ਮਸਲਾ ਤੁਹਾਡੇ ਸਾਹਮਣੇ ਆ, ਅਗਰ ਕਿਸੇ ਦਾ ਇਹਦੇ ਵਾਸਤੇ ਸਵਾਲ ਆ ਤਾਂ ਬਿਲਕੁਲ ਉਹਦੇ ਵਾਸਤੇ ਅਸੀਂ ਹਾਜ਼ਰ ਹਾਂ। ਇੱਕ ਪਟਵਾਰੀ ਕੋਲ ਕਿੰਨੇ ਸਰਕਲ ਹੈਗੇ ਜੀ? ਇਸ ਵਕਤ ਜੀ 1522 ਪਟਵਾਰੀ ਹਾਜ਼ਰ ਨੇ ਔਰ 4716 ਸਰਕਲ। 2/3 ਪਟਵਾਰੀ ਹੈ ਹੀ ਨਹੀਂ। ਔਰ ਦੁਆਬੇ ਦੀ ਜੇ ਆਪਾਂ ਗੱਲ ਕਰ ਲਈਏ, ਦੁਆਬੇ ਦੇ ਵਿੱਚ ਸਿਰਫ 10% ਸਟਾਫ ਹੈ ਜੀ। ਜਿਹੜੇ ਹੁਣ ਪੈਨ ਡਾਊਨ ਵਾਸਤੇ ਅੱਜ ਅਸੀਂ ਕਰ ਦਿੱਤਾ ਜੀ, ਉਹ ਤਕਰੀਬਨ 18 ਮਹੀਨੇ 3193 ਜਿਹੜੇ ਸਰਕਲ ਨੇ ਖਾਲੀ ਨੇ। 3193 ਦੀ ਭਰਤੀ ਵਾਸਤੇ ਅੱਜ ਮੁੱਖ ਮੰਤਰੀ ਸਾਹਿਬ ਦੇ ਪਾਲੇ ਦੇ ਵਿੱਚ ਗੇਂਦ ਜਥੇਬੰਦੀ ਵੱਲੋਂ ਸੁੱਟ ਦਿੱਤੀ ਗਈ ਆ। 3193 ਸਰਕਲਾਂ ਦੀ ਅੱਜ ਤੋਂ ਪੈਨ ਡਾਊਨ ਸਟਾਰਟ ਹੈ। ਪ੍ਰਧਾਨ ਜੀ, ਅੱਜ ਕੋਈ ਮੀਟਿੰਗ ਨਹੀਂ ਹੋਈ ਤੁਹਾਡੀ? ਹੁਣ ਤੁਹਾਡੀ ਮੀਟਿੰਗ ਚੱਲ ਰਹੀ ਸੀਗੀ, ਜਿਹੜੇ ਵੀ ਅਧਿਕਾਰੀਆਂ ਦੇ ਸਾਡੀ ਮੀਟਿੰਗ ਹੁਣ ਪਹਿਲਾਂ ਸਵਾਲ ਪੂਰਾ ਸੁਣ ਲਓ ਜੀ। ਤੁਹਾਡੀ ਅਧਿਕਾਰੀਆਂ ਦੇ ਨਾਲ ਮੀਟਿੰਗ ਚੱਲ ਰਹੀ ਸੀਗੀ, ਉਹਨਾਂ ਨੇ ਤੁਹਾਡੇ ਕੋਲ ਪ੍ਰੈਸ਼ਰ ਪਾਇਆ ਕਿ ਤੁਹਾਡੇ ਦੇ ਖਿਲਾਫ ਜਿਹੜੇ ਮਾਮਲੇ ਦਰਜ ਚੱਲਦੇ ਆ ਜਾਂ ਹੋਰ ਪਟਵਾਰੀਆਂ ਦੇ ਖਿਲਾਫ ਵੀ ਵਿਜੀਲੈਂਸ ਨੂੰ ਜਾਂ ਹੋਰ ਆ, ਤੁਸੀਂ ਆਪਣੀ ਹੜਤਾਲ ਵਾਪਸ ਲਓ, ਨਹੀਂ ਤੁਹਾਡੇ ਖਿਲਾਫ ਉਹ ਜਾਂਚ ਸ਼ੁਰੂ ਕੀਤੀ ਜਾਵੇਗੀ, ਪਟਵਾਰੀਆਂ ਨੂੰ ਚੱਕ ਕੇ ਜੇਲ੍ਹਾਂ 'ਚ ਸੁੱਟਿਆ ਜਾਵੇਗਾ। ਕਿਆ ਸਹੀ ਹੈ? ਬਿਲਕੁਲ ਜੀ, ਇਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ। ਔਰ ਅਸੀਂ ਬਿਲਕੁਲ ਇੱਥੋਂ ਸਰਕਾਰ ਤੋਂ ਮੰਗ ਕਰਦੇ ਆ, ਇਹ ਜੇ ਇਹਦੀ ਤੁਸੀਂ ਜਾਂਚ ਕਰਾਉਣੀ ਚਾਹੁੰਦੇ ਹੋ ਬਿਲਕੁਲ ਕਰਾਓ। ਅਸੀਂ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਅਸੀਂ ਕਿਸੇ ਗੱਲ ਦੇ ਵਿੱਚ ਕਮਜ਼ੋਰ ਨਹੀਂ ਹੈਗੇ। ਕੋਈ ਵੀ ਜਾਂਚ ਹੋਵੇ, ਪਰ ਜਾਂਚ ਦੇ ਕਾਨੂੰਨਾਂ ਅਨੁਸਾਰ ਹੋਵੇ। ਇਹ ਨਾ ਹੋਵੇ ਕਿ ਜਾਂਚ ਕਿਸੇ ਹੋਰ ਮਸਲੇ ਦੀ ਹੋ ਰਹੀ ਆ ਔਰ ਮਸਲਾ ਕੋਈ ਹੋਰ ਨਿਕਲਿਆ ਆਉਂਦਾ। ਜਿਸ ਤਰ੍ਹਾਂ ਪੈਨ ਡਾਊਨ ਸਟ੍ਰਾਈਕ ਦੀ ਜਿਹੜੀ ਗੱਲ ਆਈ ਆ, ਉਹ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਵਾਸਤੇ, ਔਰ ਜਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਉਹਨਾਂ ਨੂੰ ਪੂਰਾ ਮਿਹਨਤਾਂ ਨਾਲ ਦਿਵਾਉਣ ਵਾਸਤੇ ਸੀ, ਨਾ ਕਿ ਕਿਸੇ ਰਿਸ਼ਵਤ ਦੇ ਵਿੱਚ ਮਾਮਲੇ ਦੇ ਵਿੱਚ ਫਸੇ ਵਿਅਕਤੀਆਂ ਵਾਸਤੇ ਸੀ। ਅੱਜ ਜਿਹੜੀ ਮੀਟਿੰਗ ਹੋਈ ਤੁਹਾਡੀ, ਉਹਦੇ ਵਿੱਚ ਕੀ ਗੱਲਬਾਤ ਕੀ? ਅੱਜ ਮਾਨਯੋਗ ਜਸਕਰਨ ਸਿੰਘ ਜੀ ਜੋ ADGP ਇੰਟੈਲੀਜੈਂਸ ਨੇ, ਉਹਨਾਂ ਦੇ ਪੂਰੇ ਵਫਦ ਨਾਲ ਸਾਡੀ ਮੀਟਿੰਗ ਹੋਈ ਆ। ਡਿਟੇਲ ਦੇ ਵਿੱਚ ਉਹਨਾਂ ਨੇ ਹਰ ਜੋ ਸਾਰੇ ਪਾਸੇ ਘੁੰਮ ਕੇ ਸਵਾਲ ਸੀ ਉਹ ਬਿਲਕੁਲ ਮੁੱਦੇ ਦੇ ਉੱਪਰ ਦੱਸਿਆ ਔਰ ਕਲੀਅਰ ਕੀਤਾ, ਕਿਉਂਕਿ ਉਹਨਾਂ ਨੇ ਇੱਥੇ ਮੰਨਿਆ ਕਿ CM ਸਾਹਿਬ ਵੀ ਇਹਦੇ ਵਿੱਚ ਮਿਸਗਾਈਡ ਹੋਏ ਨੇ। ਚਲੋ ਜੇ CM ਸਾਹਿਬ ਵੀ ਮਿਸਗਾਈਡ ਹੋਏ ਤੇ ਫਿਰ ਤਾਂ ਸਟੇਟ ਦਾ ਰੱਬ ਰੱਖਾ, ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਕੋਈ ਵੀ ਬਿਆਨ ਆ, ਕੋਈ ਵੀ ਉਹਨਾਂ ਦਾ ਟਵੀਟ ਆ, ਉਹ ਇੱਕ ਕਾਨੂੰਨ ਦੇ ਬਰਾਬਰ ਆ। ਤਾਂ ਅਸੀਂ ਉੱਥੇ ਇਹੀ ਮੰਗ ਕੀਤੀ ਆ ਕਿ ਸਾਡੀ ਪੁਰਾਣੀ ਪੈਨਸ਼ਨ ਬਹਾਲ ਕਰ ਦੇਣ ਜੀ, ਪਟਵਾਰੀਆਂ ਨੂੰ ਟ੍ਰੇਨਿੰਗ ਦੇ ਦੌਰਾਨ ਪੂਰੀ 19,900 ਸੈਲਰੀ ਦੇ ਦੇਣ, ਟ੍ਰੇਨਿੰਗ 1 ਸਾਲ ਦੀ ਕਰ ਦੇਣ। ਅਸੀਂ ਕਿਸੇ ਗੱਲ ਦੇ ਵਿੱਚ ਉਹਨਾਂ ਤੋਂ ਅਸੀਂ ਮੁਨਕਰ ਨਹੀਂ ਹੈਗੇ। ਔਰ ਜੋ ਕੋਰਟ ਦਾ ਹਵਾਲਾ ਦੇ ਕੇ ਸਾਡੇ ਇਸ ਟ੍ਰੇਨਿੰਗ ਵਾਲੇ ਮਸਲੇ ਨੂੰ ਉਲਝਾਇਆ ਜਾ ਰਿਹਾ, ਉਹਦੇ ਵਿੱਚ ਅਸੀਂ ਇਹ ਵੀ ਮੰਗ ਕੀਤੀ ਆ ਕਿ ਜੋ 15/1/15 ਦਾ ਪੱਤਰ ਆ, ਜਿਹਦੇ ਵਿੱਚ ਪ੍ਰਵੇਸ਼ਨ ਦੇ ਦੌਰਾਨ ਪੂਰੀ ਤਨਖਾਹ ਦਾ ਮਸਲਾ, ਉਹਦੇ ਵਿੱਚ ਪੰਜਾਬ ਸਰਕਾਰ ਕੇਸ ਹਾਰ ਚੁੱਕੀ ਆ, ਉਹ ਕੋਰਟਾਂ ਦੇ ਵਿੱਚ ਲਾਗੂ ਵੀ ਹੋ ਗਿਆ, ਵੀ ਉਹ ਵੀ ਸਾਡੇ ਮਹਿਕਮੇ 'ਚ ਲਾਗੂ ਕਰੋ। ਔਰ ਜੋ ਸਾਡਾ ਸੀਨੀਅਰ ਜੂਨੀਅਰ ਦਾ ਕੇਸ ਸੀਗਾ, ਉਹ ਵੀ 3 ਅਗਸਤ ਨੂੰ ਸਾਡੇ ਹੱਕ ਦੇ ਵਿੱਚ ਹੋ ਗਿਆ। ਸਰਕਾਰ ਨੇ ਉਹਨੂੰ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਿੱਤਾ, ਮਤਲਬ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ। ਅਸੀਂ ਕਿਹਾ ਵੀ ਉਹ ਵੀ ਲਾਗੂ ਕਰ ਦਿਓ। ਜਿਹੜੀਆਂ ਗੱਲਾਂ CM ਸਾਹਿਬ ਇਸ ਵੱਡੀ ਚੇਅਰ ਦੇ ਉੱਪਰ, ਕਿਉਂਕਿ ਸਾਡੇ ਡਿਪਾਰਟਮੈਂਟ ਦੇ ਸਾਡੇ ਸੂਬੇ ਦੇ ਹੈੱਡ ਨੇ ਉਹ, ਮੈਂ ਉਹਨਾਂ ਨੂੰ ਇਹੀ ਅਪੀਲ ਕਰਦਾ ਕਿ ਤੁਸੀਂ ਹਰ ਸਟੇਜ ਤੋਂ ਗੱਲ ਕਰਦੇ ਹੋ ਤਜਰਬੇ ਦੀ। ਤਜਰਬੇ ਬਿਲਕੁਲ ਇਹਨਾਂ ਸੀਟਾਂ ਦੇ ਵਾਸਤੇ ਤਜਰਬਾ ਜ਼ਰੂਰੀ ਆ। ਜਿਸ ਤਰ੍ਹਾਂ ਪੰਚਾਇਤਾਂ ਭੰਗ ਹੋਣ ਦਾ ਨੋਟੀਫਿਕੇਸ਼ਨ ਵਾਪਸ ਹੋਇਆ, ਤਾਂ ਮੈਂ ਤੁਹਾਨੂੰ ਇੱਥੋਂ ਇਹੀ ਅਪੀਲ ਕਰਦਾ ਕਿ ਅੱਜ ਤੁਸੀਂ ਉਸ ਗੱਲ ਤੇ ਪੱਕੇ ਰਹੋ ਜਿਹਦੇ ਵਿੱਚ ਤੁਸੀਂ ਕੱਲ ਬਿਆਨ ਦਿੱਤਾ ਕਿ ਮੈਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਵਿਹਲੇ ਤੁਰੇ ਫਿਰਦੇ ਨੇ। ਅੱਜ 3193 ਸਵਾਲ ਤਾਂ ਆਵੇ ਵੀ ਸਵੇਰ ਨੂੰ 3193 ਬੰਦਾ ਉਹ ਪਟਵਾਰੀ ਦੀਆਂ ਕੁਰਸੀਆਂ ਦੇ ਉੱਪਰ ਬੈਠਾ ਹੋਵੇ। ਅਸੀਂ ਵੀ ਉਹਦਾ ਸਵਾਗਤ ਕਰਾਂਗੇ ਔਰ ਅਸੀਂ ਵੀ ਹਰ ਗੱਲ ਦੇ ਵਿੱਚ CM ਸਾਹਿਬ ਨੂੰ ਮੰਨਾਂਗੇ ਵੀ ਹਾਂ ਇਹ ਜੋ ਕੁਝ ਕਹਿੰਦੇ ਨੇ ਉਹ ਕਰਦੇ ਨੇ। 3193 ਮੈਂ ਤੁਹਾਨੂੰ ਅੰਕੜਾ ਦੇ ਰਿਹਾ ਕਿ ਸਵੇਰ ਨੂੰ ਜ਼ਿਆਦਾ ਨਹੀਂ ਤਾਂ ਆਪਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਉਹ ਪਹਿਲਾਂ ਸ਼ੁਰੂਆਤ ਇਹਦੀ ਕਰ ਲੈਣ ਜਾਂ ਧੂਰੀ ਹਲਕੇ ਤੋਂ ਕਰ ਲੈਣ, ਅਸੀਂ ਉਹਦਾ ਸਵਾਗਤ ਕਰਾਂਗੇ ਕਿ ਸਾਡੇ ਬੇਰੁਜ਼ਗਾਰ ਭੈਣ ਭਾਈ ਕੁਝ ਇਹ ਵੀ ਗੱਲ ਕਹਿ ਰਹੇ ਨੇ ਕਿ ਪਟਵਾਰੀ ਦਾ ਤਨਖਾਹ ਦੀ ਲੋੜ ਨਹੀਂ। ਤਾਂ ਮੈਂ ਇੱਥੋਂ ਉਹਨਾਂ ਵਿਦਵਾਨਾਂ ਨੂੰ ਵੀ ਅਪੀਲ ਕਰਦਾ ਕਿ ਤੁਹਾਡੇ ਵਾਸਤੇ 3193 ਪੋਸਟਾਂ 1 ਸਤੰਬਰ 2023 ਤੋਂ ਅਸੀਂ ਖਾਲੀ ਕਰ ਦਿੱਤੀਆਂ ਨੇ, ਉਹਦੀ ਅਸੀਂ ਪੈਨ ਡਾਊਨ ਕਰ ਦਿੱਤੀ ਆ। ਆਓ ਉਹਨਾਂ ਪੋਸਟਾਂ ਦੇ ਉੱਪਰ ਬੈਠੋ ਔਰ ਲੋਕਾਂ ਦਾ ਜਿਹੜਾ ਕੁਝ ਸਵਾਰੋ, ਕਿਸਾਨਾਂ ਦਾ ਕੁਝ ਸਵਾਰੋ। ਔਰ ਜਿਹੜੀ ਕੁਦਰਤੀ ਆਫਤ ਦੀ ਗੱਲ ਮੈਂ ਬਾਰ-ਬਾਰ ਕਹਿ ਰਿਹਾ, ਉਹਦਾ ਮਸਲਾ ਵੀ ਕਾਫੀ ਭਖਿਆ, ਕਿਉਂਕਿ 2 ਵਾਰ ਫਲੱਡ ਆ ਚੁੱਕਿਆ ਜੀ। 30 ਸਤੰਬਰ ਤੱਕ ਹਿਮਾਚਲ ਦੇ ਵਿੱਚ ਯੈਲੋ ਅਲਰਟ ਆ। ਪੰਜਾਬ ਦੇ ਵਿੱਚ ਜਿਹੜਾ ਫਲੱਡ ਆਇਆ ਉਹ ਹਿਮਾਚਲ ਦੀ ਬਾਰਿਸ਼ ਨਾਲ ਆਇਆ, ਪੰਜਾਬ 'ਚ ਕੋਈ ਬਾਰਿਸ਼ ਵੀ ਬਾਹਲੀ ਨਹੀਂ। ਉਸ ਫਲੱਡ ਦੇ ਵਿੱਚ ਮੇਰੀ ਬੇਨਤੀ ਆ ਕਿ ਬੰਨਾਂ ਨੂੰ ਮਜ਼ਬੂਤ ਕਰਨ ਵਾਸਤੇ ਲੋਕਾਂ ਦੇ ਸਹਾਰੇ ਨਾ ਛੱਡੋ। ਸਾਡੇ ਪਟਵਾਰੀ ਕਾਨੂੰਗੋ ਉੱਥੇ 24 ਘੰਟੇ ਡਿਊਟੀ ਦੇ ਰਹੇ ਨੇ। ਅਸੀਂ ਸਾਰਾ ਕੰਮ ਆਪਦੇ ਪਿੰਡੇ ਤੇ ਖੜਾਇਆ, ਚਾਹੇ ਕਹੀਆਂ ਦੀ ਗੱਲ ਆ, ਚਾਹੇ ਥੈਲਿਆਂ ਦੀ ਗੱਲ ਆ, ਅਸੀਂ ਆਪਦੇ ਪੱਧਰ ਤੇ ਅਰੇਂਜ ਕਰ ਰਹੇ ਹਾਂ ਸਾਰਾ ਕੁਝ। ਪਰ ਉਹਦੇ ਬਾਵਜੂਦ ਵੀ ਸਾਨੂੰ ਕਿਹਾ ਕੀ ਜਾ ਰਿਹਾ ਕਿ ਕੁਦਰਤੀ ਆਫਤ ਦੇ ਸਮੇਂ ਦੇ ਵਿੱਚ ਇਹ ਹੜਤਾਲ ਤੇ ਜਾ ਰਹੇ ਨੇ। ਕੁਦਰਤੀ ਆਫਤ ਸਿਰਫ 7 ਜ਼ਿਲ੍ਹਿਆਂ ਦੇ ਵਿੱਚ ਆ। CM ਸਾਹਿਬ ਜੇ ਤੁਸੀਂ ਇਹ ਕੁਦਰਤੀ ਆਫਤ ਨੂੰ ਵੀ
ਇੱਕ ਗਲਤ ਹੱਥਕੰਡੇ ਅਪਣਾਉਣ ਦਾ ਕਰੋਗੇ ਤਾਂ ਕੁਦਰਤ ਕਿਸੇ ਨੂੰ ਮਾਫ ਨਹੀਂ ਕਰਦੀ। ਕੁਦਰਤ ਤੋਂ ਬਚੋ, ਕੁਦਰਤ ਨਾਲ ਛੇੜਛਾੜ ਨਾ ਕਰੋ, ਕੁਦਰਤੀ ਕਰੋਪੀ ਨਾ ਕਰੋ। ਔਰ ਜੋ ਸਾਡੇ ਸਾਥੀ ਜਿਹੜੇ ਇਸ ਵਕਤ ਟ੍ਰੇਨਿੰਗ ਦੇ ਵਿੱਚ ਨੇ, ਜਿਹਨਾਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਆ, ਉਹ ਇਮਤਿਹਾਨ ਉਡੀਕ ਰਹੇ ਨੇ। ਅਸੀਂ ਇਹ ਵੀ ਕਹਿੰਦੇ ਨੇ ਵੀ ਬਦਲਵੇਂ ਪ੍ਰਬੰਧਾਂ ਦੇ ਵਿੱਚ ਉਹਨਾਂ ਨੂੰ ਵੀ ਬਚਾ ਲਓ, ਉਹਨਾਂ ਨੂੰ ਵੀ ਪੱਕੀਆਂ ਪੋਸਟਾਂ ਸੰਭਾਲ ਦਿਓ ਤਾਂ ਜੋ 600-700 ਬੰਦਾ ਤਾਂ ਨਿਕਲੇ। ਔਰ ਇੱਥੋਂ ਮੈਂ ਇੱਕ ਸਾਡੇ ਸੇਵਾ ਮੁਕਤ ਪਟਵਾਰੀ ਕਾਨੂੰਗੋ ਸੇਵਾਵਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦਾ ਕਿ ਅੱਜ ਦਾ ਜੋ ਸਮਾਂ ਦੀ ਰੈਵਨਿਊ ਪਟਵਾਰ ਯੂਨੀਅਨ ਸਭ ਤੋਂ ਪੁਰਾਣੀ ਜਥੇਬੰਦੀ ਆ, ਜੋ 1929 ਦੀ ਰਜਿਸਟਰ ਆ, ਚਾਹੇ ਉਹ ਪਾਕਿਸਤਾਨ ਸੀਗਾ ਉਸ ਵਕਤ, ਉੱਥੇ ਵੀ ਜਥੇਬੰਦੀ ਇਸੇ ਨੰਬਰ ਦੇ ਉੱਪਰ ਰਜਿਸਟਰ ਆ। ਅੱਜ ਜਿਹੜੇ ਸਾਡੇ ਰਿਟਾਇਰ ਸਾਡੇ ਲੀਡਰ ਸਾਹਿਬਾਨ ਨੇ, ਸਾਡੇ ਆਗੂ ਸਾਹਿਬਾਨ ਨੇ, ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਆਪਦੇ ਬੱਚਿਆਂ ਦੇ ਪਿੱਠ ਦੇ ਉੱਪਰ ਖੜੇ ਹੋਵੋ। ਅੱਜ ਆਪਾਂ ਪੂਰੇ ਤਨਦੇਹੀ ਦੇ ਨਾਲ, ਕਿਉਂਕਿ ਮਾਲ ਮਹਿਕਮੇ ਦੀ ਪਟਵਾਰ ਜਗਤ ਦੀ ਹੋਂਦ ਦਾ ਸਵਾਲ ਆ ਇਹ, ਜੋ ਸਾਡੀ ਹੋਂਦ ਦੇ ਉੱਪਰ ਅਟੈਕ ਕੀਤਾ। ਪਿਛਲੀ ਵਾਰ ਜਦੋਂ ਸਰਕਾਰ ਇਹ ਨਹੀਂ ਬਣੀ ਸੀ, ਉਦੋਂ ਵੀ ਸਾਡੀ ਤੁਹਾਡਾ ਮੁਲਾਕਾਤ ਹੋਈ ਸੀ, ਤੁਸੀਂ ਉਦੋਂ ਵੀ ਇਹ ਮੰਗ ਰੱਖ ਰਹੇ ਸੀ ਕਿ ਨਵੀਆਂ ਭਰਤੀਆਂ ਹੋਣ। ਨਵੀਂ ਸਰਕਾਰ ਬਣੀ ਹੈ, ਬਦਲਾਅ ਨਜ਼ਰ ਨਹੀਂ ਆਇਆ ਪਿਛਲੇ ਸਾਲਾਂ? ਬਦਲਾਅ ਜੇ ਤੁਹਾਨੂੰ ਕਿਤੇ ਨਜ਼ਰ ਆਇਆ ਤਾਂ ਤੁਸੀਂ ਦੱਸ ਦਿਓ ਜੀ, ਕਿਉਂਕਿ ਮੀਡੀਆ ਵੀ ਇਹ ਤੋਂ ਪੂਰਾ ਅਫੈਕਟਡ ਆ ਕਿ ਮੀਡੀਆ ਦੇ ਨਾਲ ਕੀ ਹੋ ਰਿਹਾ। ਉਹ ਬਦਲਾਅ ਸਾਨੂੰ ਵੀ ਜ਼ਰੂਰ ਦੇਖਣ ਨੂੰ ਮਿਲਿਆ। 1766 ਪਟਵਾਰੀ ਠੇਕੇ ਤੇ ਭਰਤੀ ਕਰਨ ਵਾਸਤੇ 2021 ਦੇ ਵਿੱਚ ਚਿੱਠੀ ਜਾਰੀ ਹੋ ਗਈ ਸੀ। 1766 ਪਟਵਾਰੀ, ਮੇਰੀ ਗੱਲ ਧਿਆਨ ਨਾਲ ਸੁਣਿਓ, 1766 ਪਟਵਾਰੀ ਠੇਕੇ ਤੇ ਭਰਤੀ ਹੋਣ ਵਾਸਤੇ ਸਤੰਬਰ 2021 ਦੇ ਵਿੱਚ ਚਿੱਠੀ ਜਾਰੀ ਹੋ ਗਈ ਸੀ, ਜਦੋਂ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਸੀ, ਰੈਵਨਿਊ ਮਿਨਿਸਟਰ ਗੁਰਪ੍ਰੀਤ ਸਿੰਘ ਜੀ ਕਾਂਗੜ ਸੀ। ਉਸ ਵਕਤ ਆਮ ਆਦਮੀ ਪਾਰਟੀ ਦੇ ਬਰਨਾਲੇ ਤੋਂ ਐਮਐਲਏ ਗੁਰਮੀਤ ਸਿੰਘ ਜੀ ਮੀਤਹੇਰ, ਜਿਹੜੇ ਯੂਥ ਵਿੰਗ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀ, ਉਹਨਾਂ ਨੇ ਪਟਿਆਲੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਲਾਹਨਤਾਂ ਪਾਈਆਂ ਕਿ ਤੁਸੀਂ ਨੌਜਵਾਨਾਂ ਨੂੰ ਭਰਤੀ ਕਰੋ, ਰਿਟਾਇਰਾਂ ਨੂੰ ਤੁਸੀਂ ਕਿਉਂ ਭਰਤੀ ਕਰ ਰਹੇ ਹੋ। ਰਿਟਾਇਰਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਇਹ ਬਿਲਕੁਲ ਸਰਕਾਰ ਦੀ ਗੱਲ ਜਨਾਇਓ। ਪਰ ਹੋਇਆ ਕੀ, ਉਸ ਤੋਂ ਬਾਅਦ ਅਗਸਤ 2022 ਦੇ ਵਿੱਚ ਇਹੀ ਬਦਲਾਅ ਵਾਲੀ ਸਰਕਾਰ ਨੇ ਉਹ 1766 ਬੰਦੇ ਭਰਤੀ ਕੀਤੇ। ਕਾਂਗਰਸ ਸਰਕਾਰ ਵੇਲੇ ਉਮਰ ਦੀ ਹੱਦ 64 ਸਾਲ ਸੀ, ਇਹਨਾਂ ਨੇ ਵਧਾ ਕੇ 67 ਸਾਲ ਕੀਤੀ ਔਰ ਤਨਖਾਹ ਵੀ 25,000 ਤੋਂ 35,000 ਕੀਤੀ। ਨੌਜਵਾਨ ਦੀ ਦਿਹਾੜੀ 167 ਰੁਪਏ, 5,000 ਰੁਪਏ ਮਹੀਨਾ। ਰਿਟਾਇਰ ਜੋ ਸਾਥੀ ਇਹਨਾਂ ਨੇ ਬਦਲਾਅ ਵਾਲੀ ਸਰਕਾਰ ਨੇ ਭਰਤੀ ਕੀਤੇ, ਉਹਨਾਂ ਦੀ ਉਜਰਤ 35,000 ਰੁਪਏ ਮਹੀਨਾ। ਇਹ ਵੀ ਇਹਨਾਂ ਨੇ ਚੌਕ ਪੂਰਾ ਕਰਕੇ ਦੇਖ ਲਿਆ, ਉਹਦੇ ਵਿੱਚ ਵੀ ਇਹਨਾਂ ਦਾ ਮਸਲਾ ਹੱਲ ਨਹੀਂ ਹੋਇਆ। ਔਰ ਮੈਂ ਇੱਥੋਂ ਫੇਰ ਇੱਕ ਵਾਰ ਸਾਡੇ ਸਮੁੱਚੇ ਰਿਟਾਇਰ ਸਾਥੀਆਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਆਉਣ ਵਾਲੇ ਭਵਿੱਖ ਦਾ, ਨੌਜਵਾਨਾਂ ਦਾ, ਬੱਚਿਆਂ ਦਾ ਮਸਲਾ, ਇਸ ਮਸਲੇ ਤੇ ਜ਼ਰੂਰ ਆਪਾਂ ਲਾਮਬੰਦ ਹੋਈਏ ਔਰ ਸਰਕਾਰ ਦੀ ਹਰ ਜਿਹੜੀ ਚਾਲ ਆ ਉਹਨੂੰ ਆਪਾਂ ਇਕੱਠੇ ਹੋ ਕੇ ਫੇਲ ਕਰੀਏ। ਕਿਉਂਕਿ ਜੋ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੀ ਚੇਅਰ ਦੇ ਉੱਪਰ ਬੈਠ ਕੇ ਜੋ ਸਾਡਾ ਬਿਲਕੁਲ ਪਾਕ ਸਾਫ਼ ਸੰਘਰਸ਼ ਚੱਲਿਆ ਆ ਰਿਹਾ, 5 ਅਗਸਤ ਤੋਂ ਲੈ ਕੇ ਅੱਜ ਤੱਕ ਦਾ ਸਮਾਂ, ਅੱਜ 31 ਅਗਸਤ ਹੋ ਚੁੱਕੀ ਆ। ਅਸੀਂ ਸਾਰੇ ਐਮਐਲਏ ਸਾਹਿਬਾਨ ਦੇ ਘਰੇ ਗਏ ਆ, ਮੰਗ ਪੱਤਰ ਲੈ ਕੇ, ਐਮਪੀ ਸਾਹਿਬਾਨ ਕੋਲ ਗਏ ਆ, ਇਹਨਾਂ ਦੀ ਮੀਡੀਆ ਸਲਾਹਕਾਰ ਕੋਲ ਵੀ ਗਏ ਆ, ਇਹਨਾਂ ਦੇ ਓਐਸਡੀ ਕੋਲ ਵੀ ਗਏ ਆ। ਕਿਸੇ ਇੱਕ ਸਾਥੀ ਨੇ ਵੀ ਬਾਂਹ ਖੜੀ ਕਰਕੇ ਇਹ ਨਹੀਂ ਕਿਹਾ ਕਿ ਆਓ ਤੁਹਾਡੀ ਮੈਂ ਮੁੱਖ ਮੰਤਰੀ ਪੰਜਾਬ ਦੇ ਨਾਲ ਗੱਲ ਕਰਾ ਦੇਵਾਂ। ਇਹਨਾਂ ਦੇ ਬੁਲਾਰੇ ਡਿਬੇਟ ਦੇ ਵਿੱਚ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਤਾਂ ਇੰਨੇ ਵਧੀਆ ਨੇ ਜੀ, ਜਿੱਥੇ ਮਰਜ਼ੀ ਉਹਨਾਂ ਦਾ ਬਾਂਹ ਫੜ ਕੇ ਰੋਕ ਲਓ। ਜੇ ਬਾਂਹ ਫੜ ਕੇ ਰੋਕਣ ਵਾਲੀ ਗੱਲ ਆ ਤਾਂ ਮੈਂ, ਤੁਸੀਂ ਸਾਥੀ ਬੈਠੇ ਉਹਨਾਂ ਨੂੰ ਰੋਜ਼ ਕਵਰ ਕਰਦੇ ਹੋ, ਜੇ ਇਹ ਸੰਭਵ ਆ ਤਾਂ ਮੈਨੂੰ ਜ਼ਰੂਰ ਦੱਸ ਦਿਓ ਵੀ ਉਹਨਾਂ ਦੀ ਬਾਂਹ ਫੜੀ ਜਾ ਸਕਦੀ ਹੈ ਉਹਨਾਂ ਦੇ ਕਾਫਲੇ ਦੇ ਵਿੱਚ। ਪ੍ਰਧਾਨ ਜੀ, ਤੁਸੀਂ ਕੋਈ ਵੀ ਮੂਵਮੈਂਟ ਹੈ ਉਸ ਨੂੰ ਸਫਲ ਬਣਾਉਣ ਵਾਸਤੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਤੁਹਾਡਾ ਸਿੱਧਾ ਲੋਕਾਂ ਨਾਲ ਰਾਬਤਾ ਹੁੰਦਾ, ਪਰ ਜਦੋਂ ਵੀ ਕਿਤੇ ਤੁਹਾਡੀ ਯੂਨੀਅਨ ਦੀ ਕੋਈ ਹੜਤਾਲ ਦੀ ਗੱਲ ਆਉਂਦੀ ਹੈ, ਜਿਹੜੇ ਆਮ ਲੋਕ ਨੇ ਉਹ ਤੁਹਾਡੇ ਨਾਲ ਨਹੀਂ ਆ ਕੇ ਖੜਦੇ। ਇਸ ਵਾਰ ਤੁਸੀਂ ਆਮ ਲੋਕਾਂ ਨੂੰ ਕਿਵੇਂ ਨਾਲ ਲਿਆਓਗੇ? ਕਿਉਂਕਿ ਕੱਲ੍ਹ ਦਾ ਜਿਹੜਾ ਉਹ ਐਲਾਨ ਹੈ, ਉਸ ਤੋਂ ਬਾਅਦ ਬਹੁਤ ਸਾਰੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਹੋਵੇ, ਬਾਕੀ ਹੋਵੇ, ਉਹ ਤੁਹਾਡੇ ਹੱਥ 'ਚ ਨਹੀਂ ਆ। ਦੇਖੋ ਜੀ, ਤੁਹਾਡੀ ਯੂਨੀਅਨ ਕੀ ਕਰਦੀ ਹੈ ਕਿ ਜਿਹੜਾ ਆਮ ਲੋਕ ਹੈ ਉਹ ਬੜੇ ਖੱਜਲ-ਖੁਆਰ ਹੁੰਦੇ ਨੇ, ਦੇਖੋ ਕੀ ਕਰਦੀ? ਜਿਹੜਾ ਨਾ, ਇਹ ਤੁਹਾਡਾ ਬਿਲਕੁਲ ਸਵਾਲ ਜਾਇਜ਼ ਆ। ਇਹ ਸਰਕਾਰ ਆਪਾਂ ਸੋਸ਼ਲ ਮੀਡੀਆ ਨੇ ਬਣਾਈ ਆ। ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਲੋਕ ਉਹ ਸਾਡੇ ਨਾਲ ਬਿਲਕੁਲ ਨਹੀਂ ਹੈਗੇ, ਨਾ ਪਹਿਲਾਂ ਸੀਗੇ। ਜਿਹੜੇ ਲੋਕ ਸਾਡੇ ਨਾਲ ਨੇ ਉਹਨਾਂ ਕੋਲ ਸਮਾਰਟਫੋਨ ਵੀ ਨਹੀਂ ਹੈਗਾ, ਕਿਉਂਕਿ ਪਟਵਾਰੀ ਪਿੰਡ ਦੀ ਪੋਸਟ ਹੈ। ਪਿੰਡ ਦਾ ਮੁੱਢਲਾ ਜਿਹੜਾ ਅਫਸਰ ਆ ਪਟਵਾਰੀ ਆ, ਸਭ ਤੋਂ ਪੁਰਾਣੀ ਪੋਸਟ ਪਟਵਾਰੀ ਆ। ਜਿਹੜੇ ਸਾਡੇ ਨਾਲ ਨੇ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ, ਚਾਹੇ ਉਹ ਕਿਸਾਨ ਜਥੇਬੰਦੀਆਂ ਨੇ, ਚਾਹੇ ਆਮ ਲੋਕ ਨੇ। ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਕੁਝ ਪੇਡ ਬੰਦੇ ਬੈਠੇ ਨੇ, ਜਿਹੜੀ ਫੌਜ ਪਿਛਲੇ ਟਾਈਮ ਤੋਂ ਇਹ ਇੱਕ ਟ੍ਰੈਂਡ ਬਣ ਗਿਆ, ਉਹ ਸਾਡੇ ਨਾਲ ਨਹੀਂ ਹੈਗੇ। ਅਸੀਂ ਉਹਨਾਂ ਨੂੰ ਨਾਲ ਰੱਖਣਾ ਵੀ ਨਹੀਂ ਹੈਗਾ, ਕਿਉਂਕਿ ਉਹਨਾਂ ਦਾ ਕੋਈ ਕਿਰਦਾਰ ਨਹੀਂ ਹੈਗਾ। ਅਸੀਂ ਸਿਰਫ ਕਿਰਦਾਰ ਵਾਲੇ ਬੰਦੇ ਨਾਲ ਰੱਖਣੇ ਨੇ। ਸਾਡੇ ਨਾਲ ਅੱਜ ਮੈਂ ਇੱਥੋਂ ਦਾਅਵੇ ਨਾਲ ਕਹਿਣਾ ਕਿ ਸਮੁੱਚੀਆਂ ਕਿਸਾਨ ਜਥੇਬੰਦੀਆਂ, ਸਮੁੱਚੇ ਬੇਰੁਜ਼ਗਾਰ ਸਾਡੇ ਨਾਲ ਨੇ ਔਰ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਇਹ ਗੱਲ ਸਾਹਮਣੇ ਆਊਗੀ। ਇਹ ਜਿਹੜਾ ਸੰਘਰਸ਼ ਆ, ਇਹ ਪੰਜਾਬ ਦੇ ਨੌਜਵਾਨ ਬੇਰੁਜ਼ਗਾਰਾਂ ਵਾਸਤੇ ਆ, ਕਿਸਾਨਾਂ ਵਾਸਤੇ ਆ। ਕਿਉਂਕਿ ਅੱਜ ਜੇ ਤੁਸੀਂ ਇੱਕ ਬੰਦੇ ਤੋਂ 5 ਸੀਟਾਂ ਦਾ, 7 ਸੀਟਾਂ ਦਾ ਵਾਧੂ ਕੰਮ ਕਰਾਓਗੇ ਤਾਂ ਰਿਕਾਰਡ ਦੇ ਵਿੱਚ ਜਿਹੜੀਆਂ ਗਲਤੀਆਂ ਆ ਰਹੀਆਂ ਨੇ, ਜਿਹਦੇ ਕਰਕੇ ਖਮਿਆਜਾ ਭੁਗਤਣਾ ਪੈ ਰਿਹਾ, ਬਦਨਾਮ ਕੌਣ ਹੋ ਰਿਹਾ? ਪਟਵਾਰੀ। ਸ਼ੋਸ਼ਣ ਕੌਣ ਕਰ ਰਹੀ ਹੈ? ਸਰਕਾਰ। ਕਰਪਸ਼ਨ ਕੌਣ ਕਰ ਰਹੀ ਹੈ? ਸਰਕਾਰ। ਜੇ 4716 ਪੋਸਟਾਂ ਦਾ ਬਜਟ ਆ,
ਤਾਂ ਫਿਰ ਸਾਨੂੰ 1500 ਬੰਦੇ ਤੋਂ 4716 ਦਾ ਕੰਮ ਕਿਉਂ ਲਿਆ ਜਾ ਰਿਹਾ ਜੀ? ਜੇ ਫਿਰ ਵਾਧੂ ਸਰਕਲਾਂ ਵਾਲੇ ਕੰਮ ਚਲਾਉਣਾ, ਫਿਰ ਆਪਾਂ ਨੂੰ 117 ਐਮਐਲਏ ਚੁਣਨ ਦੀ ਵੀ ਲੋੜ ਨਹੀਂ, ਆਪਾਂ ਘੱਟ ਚੁਣ ਲਈਏ। ਜੇ ਫਿਰ 5 ਸਾਲ ਵਾਸਤੇ ਐਮਪੀ ਚੁਣਦੇ ਆ, ਕਿਸੇ ਕੋਈ ਰਿਜ਼ਾਈਨ ਕਰ ਜਾਂਦਾ ਜਾਂ ਕਿਸੇ ਦੀ ਮੌਤ ਹੋ ਜਾਂਦੀ ਆ, ਆਪਾਂ ਉਹ ਪੋਸਟ 1 ਮਹੀਨਾ ਵੀ ਖਾਲੀ ਨਹੀਂ ਰਹਿਣ ਦਿੰਦੇ, ਨਾਲ ਦੀ ਨਾਲ ਜਿਮਣੀ ਚੋਣ ਦੇ ਆਰਡਰ ਹੋ ਜਾਂਦੇ ਨੇ। ਫਿਰ ਕੀ ਗੱਲ, ਪਟਵਾਰੀ ਦੀ ਪੋਸਟ ਭਰਨਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈਗੀ? ਇਸ ਕਰਕੇ ਜੋ ਸਰਕਾਰ ਆ 4 ਕਰੋੜ 23 ਲੱਖ ਦਾ ਹਰ ਸਾਲ 423 ਕਰੋੜ ਦਾ ਹਰ ਸਾਲ ਮਤਲਬ ਰਿਸ਼ਵਤਖੋਰੀ ਸਰਕਾਰ ਕਰ ਰਹੀ ਆ। ਇਹ ਸਾਡੇ ਕੋਲ ਅੰਕੜੇ ਨੇ। ਇੰਨੇ ਸਰਕਲਾਂ ਦਾ ਕੰਮ ਸਾਨੂੰ ਬਿਨਾਂ ਕਿਸੇ ਮਿਹਨਤਾਨੇ ਤੋਂ ਲਿਆ ਜਾ ਰਿਹਾ, ਔਰ ਸਾਨੂੰ ਦਿੱਤਾ ਕੀ ਜਾ ਰਿਹਾ? ਬਦਲ ਦੇ ਵਿੱਚ ਸਾਨੂੰ ਦਿੱਤੀ ਜਾ ਰਹੀ ਹੈ ਲਾਹਨਤਾਂ, ਬਦਨਾਮੀ ਕਿ ਪਟਵਾਰੀ ਕੰਮ ਨਹੀਂ ਕਰਦੇ। ਮਤਲਬ ਇਹ ਕਹਿ ਰਹੇ ਕਿ 1.5 ਲੱਖ ਰੁਪਇਆ ਲੈ ਰਹੇ ਹੋ ਤੇ ਅੱਗੇ 10-10 ਹਜ਼ਾਰ ਤੇ ਬੰਦੇ ਰੱਖੇ ਹੋਏ ਨੇ, ਉਹ ਕੰਮ ਕਰਦੇ ਨੇ, ਤੁਸੀਂ ਤਾਂ ਪਾਰਟ ਟਾਈਮ ਕੰਮ ਕਰੀ ਜਾਂਦੇ ਹੋ। ਜਿਹੜਾ 1.5 ਲੱਖ ਲੈ ਰਿਹਾ ਜੀ, ਪੰਜਾਬ 'ਚ ਇੱਕ ਵੀ ਸਾਬਤ ਕਰਦੇ ਨੇ, ਕੰਨ ਕੋ ਪਟਵਾਰੀ ਇੱਕ ਵੀ 1.5 ਲੱਖ ਰੁਪਏ ਤਨਖਾਹ ਲੈਂਦਾ ਹੋਵੇ, ਅਸੀਂ ਸੰਘਰਸ਼ ਛੱਡਣਾ ਵੀ ਜੀ। 1 ਲੱਖ ਵੀ ਸਾਬਤ ਕਰਦੇ ਨੇ ਵੀ ਕੋਈ ਪਟਵਾਰੀ ਕੰਨ ਕੋ 1 ਲੱਖ ਰੁਪਏ ਤਨਖਾਹ ਲੈ ਰਿਹਾ ਹੋਵੇ। ਪ੍ਰਧਾਨ ਸਾਹਿਬ, ਫਿਰ ਤੁਸੀਂ ਕਹਿ ਰਹੇ ਹੋ ਲੜਾਈ ਤੁਹਾਡੀ 17A ਨੂੰ ਲੈ ਕੇ ਆ, ਫਿਰ ਮੁੱਖ ਮੰਤਰੀ ਨੇ ਤੁਹਾਡੇ ਸਾਰੇ ਦੇ ਉੱਤੇ ਇੱਕ ਕਰਪਟ ਆਦਮੀ ਦਾ ਸਾਥ ਦੇਣ ਦਾ ਦੋਸ਼ ਹੀ ਲਾਇਆ, ਉਸ ਨੂੰ ਕਿੱਦਾਂ ਦੇਖੀਏ? ਫਿਰ ਕਿਸੇ ਕਰਪਟ ਆਦਮੀ ਦਾ ਸਾਥ ਨਹੀਂ ਦਿੱਤਾ ਜੀ ਅਸੀਂ ਨੇ। ਮੁੱਖ ਮੰਤਰੀ ਸਾਹਿਬ ਨੇ ਦੋਸ਼ ਲਾਇਆ, ਉਹ ਸਾਬਤ ਕਰਦੇ ਨੇ ਜੀ। ਉਹ ਮੀਡੀਆ ਸਾਰਾ ਕੁਝ ਉਹਨਾਂ ਕੋਲ ਆ। ਉਹ ਜਿਹੜੀ FIR ਨੰਬਰ ਦੀ ਉਹਨੂੰ ਗੱਲ ਕੀਤੀ ਆ, ਮੈਂ 29 ਨੰਬਰ FIR ਆਨਲਾਈਨ ਆ ਜੀ ਰਿਕਾਰਡ, ਉਹਦੇ ਵਿੱਚ ਕੋਈ ਸਾਬਤ ਕਰਦੇ ਨੇ ਵੀ ਹਾਂ ਕਰਪਸ਼ਨ ਦੀਆਂ ਧਾਰਾਵਾਂ ਹੈਗੀਆਂ ਨੇ ਉਹਦੇ ਵਿੱਚ। ਇੱਕ ਥਰਡ ਪਰਸਨ ਬਲੈਕਮੇਲਰ ਬੰਦਾ ਕਿਸੇ ਵਿਰਾਸਤੀ ਇੰਤਕਾਲ ਦੇ ਵਿੱਚ ਆ ਕੇ ਡਿੱਕਾ ਬਣਦਾ, ਰੂਲਿੰਗ ਆ ਕੋਰਟ ਦੀ ਕਿ ਬੈਨੀਫਿਸ਼ਰੀ ਜਿਹੜਾ ਬਣ ਸਕਦਾ ਜਾਂ ਲੀਗਲ ਹੇਅਰ ਹੈਗਾ ਜਾਂ ਕਿਸੇ ਦਾ ਮੁਖਤਿਆਰਿਆਮ ਆ, ਉਹ ਬੰਦਾ ਉਹਦੇ ਵਿੱਚ ਚੈਲੰਜ ਵੀ ਕਰ ਸਕਦਾ। ਇੰਤਕਾਲ ਅੱਜ ਵੀ ਸਟੈਂਡ ਕਰ ਰਿਹਾ, ਉਹਦੀ ਕੋਈ ਕਿਤੇ ਅਪੀਲ ਨਹੀਂ ਹੋਈ। ਪਰਚਾ ਦਰਜ ਹੋਣ ਨਾਲ ਇੰਤਕਾਲ ਤਾਂ ਨਹੀਂ ਕੈਂਸਲ ਹੋ ਗਿਆ ਜੀ। ਜੇ 17A ਦੀ ਗੱਲ ਆ, ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਵੀ ਤੁਸੀਂ ਇਸੇ ਗੱਲ ਤੇ ਆਪਾਂ ਡਿਬੇਟ ਰੱਖ ਲੈਂਦੇ ਆ। ਸਾਡੇ ਕੋਲ ਘੱਟੋ ਘੱਟ 17 ਤੋਂ 18 FIR ਨੇ ਜਿਹੜੀਆਂ ਕਿ ਮੁੱਖ ਮੰਤਰੀ ਸਾਹਿਬ ਦਾ ਲੈਟਰ ਜਾਰੀ ਹੋਣ ਤੋਂ ਬਾਅਦ ਸਾਡੇ ਤੇ ਗਲਤ ਤਰੀਕੇ ਨਾਲ ਦਰਜ ਕੀਤੀਆਂ ਗਈਆਂ ਨੇ। ਉਹਦੇ ਵਿੱਚ ਕੋਈ ਸਾਬਤ ਕਰ ਦੇਣਾ ਜੀ ਇਹ। ਔਰ ਜਿਹੜਾ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਰਾਹੀਂ, 1,53,000 ਤੋਂ ਉੱਪਰ ਚੱਲ ਰਿਹਾ ਜਿਹੜਾ ਪੋਰਟਲ ਹੈ ਜੀ, 300 ਬੰਦੇ ਦੀ ਗ੍ਰਿਫਤਾਰੀ ਦੇ ਬੋਰਡ ਦਾ ਆਪਾਂ ਦੇਖ ਲਏ, ਤਾਂ ਮੁੱਖ ਮੰਤਰੀ ਸਾਹਿਬ ਇਹ ਵੀ ਜਨਤਕ ਕਰ ਦੇਣ ਕਿ 1,53,000 ਦੇ ਪੋਰਟਲ ਦੇ ਵਿੱਚ ਕੀ ਕਾਰਵਾਈ ਹੋਈ ਆ। 1,53,000 ਤੋਂ ਉੱਪਰ ਸ਼ਿਕਾਇਤ ਹੋ ਚੁੱਕੀ ਹੈ। ਇਹਨਾਂ ਦੇ ਆਨਲਾਈਨ ਪੋਰਟਲ ਦੀ ਗੱਲ ਹੈ। ਉਹ ਪੋਰਟਲ ਨੂੰ ਵੀ ਨੰਗਾ ਕਰ ਲੈਣ ਵੀ ਕੀ ਉਹਦੇ ਵਿੱਚ 700 ਰੁਪਈਆ 900 ਰੁਪਈਏ ਵਾਲਿਆਂ ਦੇ ਉੱਪਰ ਪਰਚੇ ਦਰਜ ਹੋ ਜਾਂਦੇ ਨੇ। ਜਿਹੜੇ ਲੁਧਿਆਣੇ ਤੁਹਾਡੇ ਸਾਹਮਣੇ ਆ, ਫਿਰ ਪਠਾਨਕੋਟ ਦਾ ਮਾਮਲਾ ਸਾਹਮਣੇ ਆ, ਉਹਦੇ ਤੇ ਸਰਕਾਰ ਚੁੱਪ ਆ ਜੀ। 900 ਰੁਪਈਏ ਵਾਲਾ ਚੋਰ ਆ, 900 ਕਰੋੜ ਵਾਲਾ ਬਦਸਾਰ ਆ। ਇਹ ਤਾਂ ਹਾਲਾਤ ਹੋ ਰਹੇ ਨੇ। ਦੇਖੋ, ਸਾਨੂੰ ਵੀ ਬੜਾ ਆਸਾਂ ਉਮੀਦਾਂ ਸੀਗੀਆਂ ਕਿ ਬਦਲਾਅ ਆਪਾਂ ਲੈ ਕੇ ਆਉਣਾ। ਅੱਜ ਆਪਾਂ ਨੇ ਰਜਵਾੜਾ ਸ਼ਾਹੀ, ਆਪਾਂ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਸੀਗੇ ਵੀ ਉਹਨਾਂ ਨੂੰ ਸਬਕ ਸਿਖਾਉਣਾ, ਆਪਾਂ ਸਬਕ ਸਿਖਾ ਵੀ ਦਿੱਤਾ। ਆਪਾਂ ਨੇ ਆਪਦਾ ਕੰਮ ਕਰਤਾ, ਪਰ ਹੁਣ ਜੋ ਹੋ ਰਿਹਾ ਉਹ ਤੁਹਾਡੇ ਸਾਹਮਣੇ ਆ। ਇਸ ਕਰਕੇ ਇਹ ਹੁਣ ਮੁੱਖ ਮੰਤਰੀ ਸਾਹਿਬ ਜਸਟੀਫਾਈ ਕਰ ਦੇਣਗੇ ਕਿ ਜੇ ਸਾਡੀ ਜਿਹੜੀ ਹੁਣ ਕਾਲ ਆ ਕੋਈ ਕਿਸ ਤਰੀਕੇ ਨਾਲ ਗੈਰ ਸੰਵਿਧਾਨਕ ਆ, ਤੇ ਅਸੀਂ ਜਿਹੜਾ ਇੱਕ ਵਾਰ ਫੇਰ ਮੈਂ ਕਲੀਅਰ ਕਰਦਾ, ਜੋ ਐਸਮਾ ਲਾ ਕੇ ਮੁਲਾਜ਼ਮਾਂ ਦੀ ਸੰਘੀ ਘੁੱਟਣ ਦੀ ਗੱਲ ਕੀਤੀ ਗਈ ਆ, ਇੱਕ ਧਰਨੇ ਮੁਜ਼ਾਹਰੇ ਵਾਲੀ ਪਾਰਟੀ ਨੂੰ ਇਹ ਸ਼ੋਭਾ ਨਹੀਂ ਦਿੰਦਾ। ਮੈਂ ਇੱਥੋਂ ਇਹਨਾਂ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਹੱਥ ਜੋੜ ਕੇ ਅਪੀਲ ਕਰਦਾ ਕਿ ਕੀ ਇਹੀ ਬਦਲਾਅ ਸੀਗਾ ਜੀ? ਇਹਦੇ ਵਾਸਤੇ ਆਪਾਂ ਰਾਮਲੀਲਾ ਗਰਾਊਂਡ ਦੇ ਵਿੱਚ ਅੰਨਾ ਹਜ਼ਾਰੇ ਵਾਲੀ ਮੂਵਮੈਂਟ ਚਲਾਈ ਸੀ, ਤੇ ਨਹੀਂ ਫਿਰ ਸਾਨੂੰ ਆਪਣੀ ਨਿਆਂ ਪ੍ਰਣਾਲੀ ਤੇ ਸਾਡੇ ਦੇਸ਼ ਦੇ ਸੰਵਿਧਾਨ ਦੇ ਉੱਪਰ ਪੂਰਨ ਭਰੋਸਾ। ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਜਿਹੜਾ ਐਸਮਾ ਵਰਗੀਆਂ ਜਿਹੜੀਆਂ ਚਿੱਠੀਆਂ ਕੱਢੀਆਂ ਗਈਆਂ ਨੇ, ਅਸੀਂ ਜ਼ਰੂਰ ਉਹਨਾਂ ਅਫਸਰਾਂ ਨੂੰ ਬਾਈ ਨੇ ਉੱਥੇ ਤਲਬ ਕਰਾਂਗੇ। ਇਹਦੇ ਵਿੱਚ ਜਥੇਬੰਦੀ ਬਿਲਕੁਲ ਪਿੱਛੇ ਨਹੀਂ ਹਟੂਗੀ। ਔਰ ਸਾਰੇ ਕਲੈਕਟਰ ਸਮਾਜ ਪੰਜਾਬ ਦੇ ਵਿੱਚ 23 ਕਲੈਕਟਰ ਕੰਮ ਕਰ ਰਹੇ ਨੇ। ਕਲੈਕਟਰ ਦੀ ਜ਼ਿੰਮੇਵਾਰੀ ਆ ਪਟਵਾਰੀ ਭਰਤੀ ਕਰਨਾ। ਪਹਿਲੀ ਜੋ ਉਹਨਾਂ ਨੇ ਆਪਣੀ ਡਿਊਟੀ ਹੁਣ ਤੱਕ ਨਹੀਂ ਸਹੀ ਤਰੀਕੇ ਨਾਲ ਨਿਭਾਈ, ਚਾਹੇ ਐਡੀ ਵੱਡੀ ਸ਼ਾਰਟੇਜ ਆਈ, ਕਲੈਕਟਰ ਰਿਸਪੌਂਸੀਬਲ ਆਪਦੇ ਪਟਵਾਰੀ ਭਰਤੀ ਕਰਨ ਵਾਸਤੇ। ਸਾਡੀ ਉਹ ਆਪਣੇ ਅਪਾਇੰਟਿੰਗ ਅਥਾਰਟੀ ਆ। ਜੇ ਕਲੈਕਟਰ ਸਵਾਲ ਨੇ ਸਾਡੇ ਚੱਲਦੇ ਸੰਘਰਸ਼ ਦੇ ਵਿੱਚ ਸਾਡੇ ਕਿਸੇ ਸਾਥੀ ਦੀ ਮੰਦਭਾਵਨਾ ਨਾਲ ਵਾਰ-ਵਾਰ ਤਬਾਦਲਾ ਕੀਤਾ, ਕੋਈ ਰੋਟੇਸ਼ਨ ਦੇ ਵਿੱਚ ਉਹਦੀ ਡਿਊਟੀ ਲਾਈ ਜਾਂ ਉਹਨੂੰ ਵਾਧੂ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਉਸ ਕਲੈਕਟਰ ਦੇ ਖਿਲਾਫ ਬਾਈ ਨੇਮ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਦਰਵਾਜ਼ਾ ਖੜਕਾਵਾਂਗੇ। ਅਸੀਂ ਉਹਦਾ ਖਹਿੜਾ ਨਹੀਂ ਛੱਡਾਂਗੇ। ਇਹ ਸਾਰੇ ਕਲੈਕਟਰ ਜਿੱਥੋਂ ਨੋਟ ਕਰ ਲੈਣ, ਕਿਉਂਕਿ ਜੋ ਸਾਡੇ ਤੇ ਧੱਕੇਸ਼ਾਹੀ ਚਾਹੇ ਪੁਲਿਸ ਵਿਭਾਗ ਵੱਲੋਂ ਚਾਹੇ ਕਿਸੇ ਵਿਭਾਗ ਵੱਲੋਂ ਹੁੰਦੀ ਆ, ਉਹਦਾ ਵੀ ਜ਼ਿੰਮੇਵਾਰ ਕਲੈਕਟਰ ਆ। ਕਿਉਂਕਿ ਅਸੀਂ ਇੱਕ ਕਲੈਕਟਰ ਦੇ ਅਧੀਨ ਕੰਮ ਕਰਦੇ ਆ। ਸਾਡੀਆਂ ਸੇਵਾਵਾਂ ਕਰਦੇ ਹੋਏ ਸਾਡੀ ਪ੍ਰੋਟੈਕਸ਼ਨ ਕਰਨਾ ਉਹ ਵੀ ਉਹਦਾ ਕੰਮ ਆ। ਕਿਤੇ ਨਾ ਕਿਤੇ ਜੇ ਕੋਈ ਇਹੋ ਜਿਹੀ ਧੱਕੇਸ਼ਾਹੀ ਬਿਜ਼ਨਸ ਕਰਦੀ ਆ ਜਿੱਥੇ ਉਹ ਇੱਕ ਬਿਜ਼ਨਸ ਬਿਊਰੋ ਜਾਂ ਪੁਲਿਸ ਵਿਭਾਗ ਜ਼ਿੰਮੇਵਾਰ ਆ, ਤਾਂ ਉਸ ਜ਼ਿਲ੍ਹੇ ਦਾ ਕਲੈਕਟਰ ਵੀ ਸਿੱਧੇ ਤੌਰ ਤੇ ਜ਼ਿੰਮੇਵਾਰ ਆ। ਰਿਸ਼ਵਤ ਹੁਣ ਖਤਮ ਹੋ ਗਿਆ ਜਾਂ ਸਰਕਾਰ ਦੇ ਦੂਜੀ ਆਈ ਹੈ? ਰਿਸ਼ਵਤ ਲੈਂਦਾ ਕੌਣ ਆ? ਇਹ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ। ਜਿਹੜਾ ਬੰਦਾ ਅੱਜ 3193 ਸਰਕਲਾਂ ਦੀ ਤਨਖਾਹ ਖਾ ਰਿਹਾ, ਅਸਲ ਤਾਂ ਰਿਸ਼ਵਤਖੋਰ ਉਹ ਆ। ਜੇ ਸਾਰੀਆਂ ਸੀਟਾਂ ਭਰੀਆਂ ਹੋਣਗੀਆਂ, ਆਹ ਸੀਟ ਵਾਲਾ ਬੰਦਾ ਉਹਦੇ ਕੋਲ ਕੋਈ ਜਵਾਬ ਹੀ ਨਹੀਂ ਹੋਊਗਾ ਕਿ ਇਹਨੂੰ ਨਾਲ ਇੱਥੋਂ 25 ਕਿਲੋਮੀਟਰ ਦੂਰ ਚਾਰਜ ਦਿੱਤਾ ਹੋਇਆ, ਤਾਂ ਕਿੱਥੋਂ ਰਿਸ਼ਵਤ ਹੋ ਜੂਗੀ? ਕੰਮ ਜੇ ਡਿਲੇ ਹੋ ਰਿਹਾ, ਲੋਕਾਂ ਦੇ ਕੰਮ ਪ੍ਰਭਾਵਿਤ ਕਿਉਂ ਹੋ ਰਹੇ ਨੇ?
ਅਸਾਮੀਆਂ ਜ਼ਿਆਦਾ ਨੇ। ਔਰ ਇਹ ਵੀ ਦੇਖੋ ਮਤਲਬ ਸਾਡੀ ਪੰਜਾਬ ਦੀ ਤਰਾਸ਼ਦੀ ਆ, ਅੱਜ ਜਿੱਥੇ ਆਪਾਂ ਬੈਠੇ ਆ ਤੇ ਨਾਲ ਲੱਗਦਾ ਮੋਹਾਲੀ ਆ, ਇਹ ਇੱਕ ਸਬ ਤਹਿਸੀਲ ਸੀ, ਅੱਜ ਜ਼ਿਲ੍ਹਾ ਬਣ ਗਿਆ। 12 ਜ਼ਿਲ੍ਹਿਆਂ ਤੋਂ 23 ਜ਼ਿਲ੍ਹੇ ਬਣ ਗਏ। 4716 ਪੋਸਟਾਂ ਜਦੋਂ 12 ਜ਼ਿਲ੍ਹੇ ਸੀ ਉਦੋਂ ਵੀ ਸੀਗੀਆਂ, ਅੱਜ ਵੀ ਨੇ। ਪਰ ਉਦੋਂ ਜਦੋਂ 12 ਜ਼ਿਲ੍ਹੇ ਸੀ ਉਹਦੇ ਚੋਂ 45-4600 ਭਰੀਆਂ ਹੋਈਆਂ ਸੀ। ਅੱਜ 4716 ਚੋਂ ਭਰੀਆਂ ਕਿੰਨੀਆਂ ਹੋਈਆਂ ਨੇ? 1522 ਪੋਸਟਾਂ, ਜਿਹੜੀਆਂ ਕਿ ਅੱਜ ਘੱਟੋ ਘੱਟ 7500 ਤੋਂ 8000 ਪੋਸਟ ਬਣਦੀ ਆ। ਇਹ ਵੀ ਅਸੀਂ ਅੱਜ ਗੱਲ ਉੱਥੇ ਜੋ ਮੀਟਿੰਗ ਹੋਈ ਆ ਸਮਝਾ ਕੇ ਆਏ ਆ, ਕਿਉਂਕਿ ਸਾਡੀ ਪੋਸਟ ਪਾਪੂਲੇਸ਼ਨ ਦੇ ਆਧਾਰ ਤੇ, ਕੰਮ ਦੇ ਆਧਾਰ ਤੇ, ਰਹਿائشੀ ਖੇਤਰਾਂ, ਕਮਰਸ਼ੀਅਲ ਖੇਤਰਾਂ ਸਾਰਾ ਸਾਡੀ ਪੋਸਟ ਦੇ ਉੱਪਰ ਨਿਰਧਾਰਿਤ ਕਰਦਾ। ਉਹ ਸਾਰੀ ਗੱਲ ਕਹਿ ਕੇ ਆਇਆ ਕਿ ਜਿਵੇਂ 1200 ਖਤੌਨੀ ਤੋਂ ਵੱਧ, 1200 ਕਾਸ਼ਤਕਾਰ ਤੋਂ ਵੱਧ ਪਰਿਵਾਰ ਸਰਕਲ ਨਹੀਂ ਹੋ ਸਕਦਾ। ਕੱਲ ਵੀ ਇੱਕ ਡਿਬੇਟ ਦੇ ਵਿੱਚ ਗੱਲ ਚੱਲੀ ਸੀ ਕਿ 30-30 ਹਜ਼ਾਰ ਕਾਸ਼ਤਕਾਰ ਦੇ ਸਰਕਲ ਬਣੇ ਪਏ ਨੇ। ਲੁਧਿਆਣਾ ਸ਼ਹਿਰੀ, ਮੋਹਾਲੀ ਹੋ ਗਿਆ, ਸਾਰਾ ਸ਼ਹਿਰੀ ਆ ਇਹ। ਇੱਥੇ ਕਿੰਨਾ ਜ਼ਿਆਦਾ ਕੰਮ ਆ, ਕਿੰਨੀ ਜ਼ਿਆਦਾ ਰਿਪੋਰਟਾਂ ਨੇ ਪਰਿਵਾਰੀ ਨੂੰ। ਤੇ ਇਸ ਕਰਕੇ ਅਸੀਂ ਇਹ ਸਰਕਾਰ ਨੂੰ 1.5 ਸਾਲ ਦਾ ਸਮਾਂ ਦੇਤਾ। ਹੁਣ ਇਹਨਾਂ ਨੂੰ ਇਹੀ ਬੇਨਤੀ ਆ ਕਿ ਜੇ ਤੁਸੀਂ 23 ਜ਼ਿਲ੍ਹੇ ਤੇ ਆਪਣੇ 97 ਤਹਿਸੀਲਾਂ ਬਣਾਤੀਆਂ ਤਾਂ ਸਾਡੇ ਜੋ ਪਰਿਵਾਰ ਸਰਕਲ ਬਣਦੇ ਨੇ ਐਜ਼ ਪਰ ਲੈਂਡ ਰਿਕਾਰਡ ਮੈਨੂਅਲ, ਉਹ ਸਾਡੇ 7500 ਤੋਂ ਉੱਪਰ ਬਣਦੇ ਨੇ। ਉਹ ਸਾਡੇ ਬਣਾ ਕੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। 3193 ਦੀ ਅਸੀਂ ਅੱਜ ਪੈਨ ਡਾਊਨ ਕਰਕੇ ਚੱਲੇ ਹਾਂ ਤੇ ਸੀਐਮ ਸਾਹਿਬ ਨੂੰ ਬੇਨਤੀ ਆ ਕਿ 1 ਸਤੰਬਰ ਤੋਂ ਉਹ ਵੀ ਇਤਿਹਾਸਕ ਦਿਨ ਆਵੇ ਕਿ ਤੁਸੀਂ 1 ਸਤੰਬਰ ਨੂੰ ਇਹ ਸੀਟਾਂ ਤੇ ਬਿਠਾਓ, ਅਸੀਂ ਉਹਦਾ ਸਵਾਗਤ ਕਰਾਂਗੇ। ਧੰਨਵਾਦ ਜੀ। ਪ੍ਰਧਾਨ ਜੀ, ਕਿਆ ਇਹ ਐਸਮਾ ਦੇ ਅਧੀਨ ਆਉਂਦਾ ਹੈ ਕਿ ਜੇ ਐਡੀਸ਼ਨਲ ਚਾਰਜ ਤੁਸੀਂ ਕਰਦੇ ਹੋ ਤਾਂ ਐਸਮਾ ਦੇ ਅਧੀਨ ਕਾਰਵਾਈ ਕਰ ਸਕਦੇ ਹੋ? ਦੇਖੋ ਜੀ, ਗੱਲ ਇਹ ਆ, ਜਿਹੜੇ ਸਰਕਲ ਦੀ ਅਸੀਂ ਤਨਖਾਹ ਲੈ ਰਹੇ ਹਾਂ, ਜੋ ਸਾਨੂੰ ਕੰਮ ਨੋਰਮ ਦੇ ਉਤਾਰ ਸੌਂਪਿਆ ਹੋਇਆ, ਅਸੀਂ ਉਹ ਕੰਮ ਕਰ ਰਹੇ ਹਾਂ। ਫਿਰ ਉਹਦੇ ਤੇ ਚਾਹੇ ਜੇ ਫਿਰ ਸਰਕਾਰ ਨੇ ਧੱਕੇਸ਼ਾਹੀ ਕਰਨੀ ਆ, ਫਿਰ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਜਦੋਂ ਸਰਕਾਰਾਂ ਕੁਝ ਕਰਦੀਆਂ ਨੇ ਫਿਰ ਉਹ ਪੁੱਛ ਕੇ ਥੋੜ੍ਹਾ ਕਰਦੀਆਂ ਨੇ। ਤਾਂ ਅਸੀਂ ਸਰਕਾਰ ਨੂੰ ਇਹ ਵੀ ਚੈਲੰਜ ਕਰਕੇ ਚੱਲੇ ਆ, ਜੇ ਤੁਸੀਂ ਇਹ ਵੀ ਆਪਣਾ ਸ਼ੌਕ ਪੂਰਾ ਕਰਨਾ ਹੋਇਆ ਇਹ ਵੀ ਕਰ ਲਿਓ, ਕੋਈ ਗੱਲ ਨਹੀਂ। ਕਿਉਂਕਿ ਸਾਨੂੰ ਸਾਡੇ ਦੇਸ਼ ਦੇ ਸੰਵਿਧਾਨ ਦੇ ਉੱਪਰ ਪੂਰਨ ਭਰੋਸਾ, ਸਾਨੂੰ ਸਾਡੀ ਜੁਡੀਸ਼ਰੀ ਦੇ ਉੱਪਰ ਪੂਰਨ ਭਰੋਸਾ ਕਿ ਸਾਡੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਊਗੀ। ਅਸੀਂ ਕਿਸੇ ਗੱਲ ਦੇ ਵਿੱਚ ਕੋਈ ਧੱਕੇਸ਼ਾਹੀ ਨਹੀਂ ਕਰ ਰਹੇ। ਅਸੀਂ 1.5 ਸਾਲ ਤੋਂ ਇਸ ਸਰਕਾਰ ਦੀ ਅਪੀਲ ਦੇ ਬਾਵਜੂਦ ਅਸੀਂ 1.5 ਸਾਲ ਤੋਂ ਵਾਧੂ ਹਲਕਿਆਂ ਦਾ ਕੰਮ ਕਰ ਰਹੇ ਹਾਂ ਬਿਨਾਂ ਕਿਸੇ ਵਜ੍ਹਾ। 9 ਜੁਲਾਈ ਤੇ ਪੰਜਾਬ 'ਚ ਹੜ੍ਹ ਹੈ, ਤੁਹਾਨੂੰ ਲੱਗਦਾ ਪਹਿਲਾਂ ਇਹ ਐਸਮਾ ਲਗਾਉਣਾ ਚਾਹੀਦਾ था ਜੇ ਸਰਕਾਰ ਹੜ੍ਹ ਨੂੰ ਲੈ ਕੇ? ਮੈਂ ਕਹਿੰਦਾ ਜੇ ਸਰਕਾਰ ਹੜ੍ਹ ਨੂੰ ਲੈ ਕੇ ਇੰਨੀ ਚਿੰਤਤ ਹੈ ਜੀ, ਸਾਡੀ ਤਾਂ ਪੈਨ ਡਾਊਨ 1 ਸਤੰਬਰ ਤੋਂ ਸ਼ੁਰੂ ਹੋਣੀ ਸੀ, ਫਿਰ ਐਸਮਾ ਪਹਿਲੀ ਕਾਹਤੇ ਲੱਗ ਗਿਆ? ਇਹਦਾ ਤੁਹਾਡੇ ਕੋਲ ਜਵਾਬ ਹੈਗਾ ਜੀ? ਪਟਵਾਰੀ ਅੱਜ ਵੀ ਕੰਮ ਕਰ ਰਹੇ ਨੇ, ਜਿੱਥੇ ਹੜ੍ਹ ਆਇਆ ਹੋਇਆ ਉਹ ਤਾਂ ਅੱਜ ਵੀ ਨਹੀਂ ਆਏ ਹੈਗੇ ਇੱਥੇ, ਉਹ ਤਾਂ ਅੱਜ ਵੀ ਡਿਊਟੀਆਂ ਦੇ ਉੱਪਰ ਨੇ। ਬਹਾਨਾ ਕੀ ਬਣਾਇਆ ਜਾ ਰਿਹਾ ਵੀ ਹੜ੍ਹ ਆ ਗਿਆ ਜੀ? ਹੜ੍ਹ 7 ਜ਼ਿਲ੍ਹਿਆਂ 'ਚ ਆਇਆ ਜੀ, ਜ਼ਿਲ੍ਹੇ ਤਾਂ ਆਪਣੇ ਕੋਲ 23 ਨੇ, 7 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਨੇ, ਅੰਕੜੇ ਨੇ। 7 ਜ਼ਿਲ੍ਹਿਆਂ ਦੇ ਬੰਦੇ ਸਾਡੇ ਅੱਜ ਵੀ ਕੰਮ ਕਰ ਰਹੇ ਨੇ। ਢੀਂਡਸਾ ਸਾਹਿਬ ਜਿਹੜੀ 1 ਸਤੰਬਰ ਤੋਂ ਹੜਤਾਲ ਕਰਨੀ ਸੀ ਉਹ ਵਾਪਸ ਲੈ ਲਈ ਫਿਰ? 1 ਸਤੰਬਰ ਤੋਂ ਹੜਤਾਲ ਕਰਦੀ, ਤੁਹਾਡੇ ਸਾਹਮਣੇ ਉਸੇ ਗੱਲ ਕਰ ਰਹੇ ਵੀ ਬਿਲਕੁਲ ਕਿਸੇ ਗੱਲ ਤੋਂ ਪਿੱਛੇ ਨਹੀਂ ਹਟੇ ਜੀ। ਇਸ ਦਾ ਸਾਡੀ ਪੈਨ ਡਾਊਨ ਜਾਰੀ ਹੈ, ਜੋ ਸਰਕਾਰ ਨੇ ਕਾਰਵਾਈ ਕਰਨੀ ਹੈ ਉਹਨਾਂ ਦਾ ਵੈਲਕਮ ਹੈ। ਤੁਸੀਂ ਕਿਹਾ ਸੀ ਕਿ ਟਾਡਾ ਲਗਾ ਦਿਓ, ਚਾਹੇ ਐਨਐਸਏ ਲਗਾ ਦਿਓ, ਅਸੀਂ ਹੜਤਾਲ ਕਰਾਂਗੇ। ਤੁਸੀਂ ਸਟੇਟਮੈਂਟ ਬਿਲਕੁਲ ਜੋ ਸਟੇਟਮੈਂਟ ਕਾਇਮ ਹੈ, ਤੁਹਾਡੇ ਸਾਹਮਣੇ ਉਸੇ ਗੱਲ ਕੀਤੀ ਵੀ 3193 ਪੋਸਟਾਂ ਦੇ ਅੱਜ ਪੈਨ ਦੇ ਕੇ ਚੱਲੇ ਹਾਂ ਅਸੀਂ। ਜਿੱਦਣ 3193 ਭਰਤੀ ਕਰ ਲੈਣਗੇ, ਜੇ ਸਾਡੀ ਲੋੜ ਹੋਊਗੀ ਅਸੀਂ ਆਪਦੇ ਵਾਲੇ ਵੀ ਉਹਨਾਂ ਨੂੰ ਸੰਭਾਲਾਂਗੇ। ਜੇ ਅਸੀਂ ਇੰਨਾ ਹੀ ਮਾੜਾ ਕੰਮ ਕਰ ਰਹੇ ਹਾਂ, 3193 ਦੀ ਤਾਂ ਅੱਜ ਉਹਨਾਂ ਦੇ ਪਾਲੇ 'ਚ ਗੇਮ ਸਿੱਟਦੀ ਅਸੀਂ ਨੇ। ਸਰਕਾਰ ਭਰਤੀ ਕਰਦੀ ਕਿਉਂ? ਤੁਹਾਨੂੰ ਕੀ ਲੱਗਦਾ ਹੈ ਕਿ ਕਾਰਨ ਕੀ ਹੋ ਸਕਦਾ? ਪੁਲਿਸ ਡਿਪਾਰਟਮੈਂਟ ਦੇ ਤੁਹਾਨੂੰ ਲੱਗਦਾ ਸਰਕਾਰ ਜਿਹੜੀ ਭਰਤੀ ਨਹੀਂ ਕਰਦੀ, ਸਰਕਾਰ ਦਾ ਕੰਮ ਚੱਲੀ ਜਾ ਰਿਹਾ ਜੀ। ਸਰਕਾਰ ਦੇ ਪੈਸੇ ਬਚਦੇ ਨੇ ਨਾ, ਆਹ 400 ਕਰੋੜ ਰੁਪਇਆ ਬਚ ਰਿਹਾ ਜੀ, ਸਰਕਾਰ ਨੂੰ ਭਰਤੀ ਕਰਨ ਦੀ ਲੋੜ ਹੀ ਨਹੀਂ ਹੈਗੀ। ਇਹ ਫਿਰ 400 ਕਰੋੜ ਰੁਪਇਆ ਆਪਾਂ ਕਿਹਦੇ ਤੇ ਲਾ ਰਹੇ ਹਾਂ ਆਪਾਂ ਨੂੰ ਪਤਾ। ਮਸ਼ਹੂਰੀਆਂ ਜਿਹੜੀਆਂ ਚੱਲ ਰਹੀਆਂ ਨੇ, ਐਡਵਰਟਾਈਜ਼ਮੈਂਟ ਚੱਲ ਰਹੀ ਆ, ਤੇ ਜੋ ਹੈਲੀਕਾਪਟਰ ਸਾਡਾ ਬਾਹਰ ਚੱਲਿਆ ਜਾ ਰਿਹਾ ਸੂਬੇ ਤੋਂ ਬਾਹਰ। ਜੇ ਪੁਰਾਣੀ ਪੈਨਸ਼ਨ ਪੰਜਾਬ ਦੇ ਵਿੱਚ ਬਹਾਲ ਹੋਈ ਆ ਤਾਂ ਉਹਦੇ ਇਸ਼ਤਿਹਾਰ ਗੁਜਰਾਤ ਜਾਂ ਹਿਮਾਚਲ ਦੇ ਵਿੱਚ ਕਿਉਂ ਜਾ ਰਹੇ ਨੇ ਜੀ? ਹੁਣ ਜਿਹੜੀ ਐਡਵਰਟਾਈਜ਼ਮੈਂਟ ਆ ਰਾਜਸਥਾਨ ਦੇ ਵਿੱਚ ਕਿਉਂ ਚੱਲ ਰਹੀ ਹੈ ਜੀ? ਤੇ ਮੇਰਾ ਇੱਥੋਂ ਇੱਕ ਹੋਰ ਸਵਾਲ ਆ ਫਲੱਡਾਂ ਦੇ ਨਾਲ ਜੁੜਿਆ ਹੋਇਆ, ਇਹ ਵੀ ਸੀਐਮ ਸਾਹਿਬ ਮੇਰੀ ਗੱਲ ਦਾ ਜ਼ਰੂਰ ਜਵਾਬ ਦੇਣ। ਸੀਐਮ ਸਾਹਿਬ ਦਾ ਜ਼ਿਲ੍ਹਾ ਸੰਗਰੂਰ, ਜਿੱਥੋਂ 2014 ਤੋਂ ਉਹ ਬਤੌਰ ਲੋਕ ਸਭਾ ਮੈਂਬਰ ਨੁਮਾਇੰਦਗੀ ਕਰ ਰਹੇ ਹਨ, ਹੁਣ ਉਹ ਐਮਐਲਏ ਬਣ ਗਏ। ਉਹ ਤੋਂ ਪਹਿਲਾਂ ਉਹਨਾਂ ਨੇ 9 ਸਾਲ ਨੁਮਾਇੰਦਗੀ ਕੀਤੀ ਆ ਉੱਥੋਂ। 2014 ਤੋਂ ਲੈ ਕੇ ਉਹ ਵੀ ਅੰਕੜੇ ਪੇਸ਼ ਕਰਦੇ ਨੇ ਕਿ 2014 ਤੋਂ ਲੈ ਕੇ ਉਹਨਾਂ ਨੇ, ਜਦੋਂ ਤੱਕ ਉਹ ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੇ ਘੱਗਰ ਦੇ ਬੰਨਾਂ ਦੀ ਮਜ਼ਬੂਤੀ ਲਈ ਕਿੰਨੇ ਫੰਡ ਜਾਰੀ ਕੀਤੇ ਔਰ ਕਿੰਨੇ ਬੰਨ ਮਜ਼ਬੂਤ ਹੋਏ। ਇਸ ਵਾਰ 42 ਜਗ੍ਹਾ ਤੋਂ ਘੱਗਰ ਕਿਉਂ ਟੁੱਟਿਆ? ਇਹ ਵੀ ਸਿੱਧਾ ਸਵਾਲ ਸਾਡਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਆਪ ਜੀ ਦੇ ਜ਼ਰੀਏ ਤੋਂ। ਔਰ ਜਿਹੜੇ ਬਹੁਤ ਕਰੋੜੀ ਘਟਾਲੇ ਹੋਏ ਨੇ, ਚਾਹੇ ਪਠਾਨਕੋਟ ਦੀ ਗੱਲ ਆ, ਚਾਹੇ ਲੁਧਿਆਣੇ ਦੀ ਗੱਲ ਆ, ਉਹਦੇ ਤੇ ਸਰਕਾਰ ਦਾ ਕੀ ਸਟੈਂਡ ਆ? ਔਰ ਜਿਹੜੇ ਸਾਡੇ ਮੰਤਰੀ ਸਾਹਿਬਾਨ ਦੀ ਛੁੱਟੀ ਕੈਬਨਿਟ ਦੇ ਵਿੱਚੋਂ ਹੋ ਚੁੱਕੀ ਆ ਪਰ ਉਹ ਸਰਕਾਰੀ ਫੰਕਸ਼ਨਾਂ ਦੇ ਵਿੱਚ ਬਿਲਕੁਲ ਵੀਆਈਪੀ ਦੇ ਤੌਰ ਤੇ ਵਿਚਰ ਰਹੇ ਨੇ, ਉਹਦੇ ਤੇ ਸਰਕਾਰ ਦਾ ਕੀ ਸਟੈਂਡ ਆ? ਸਾਨੂੰ ਇਹ ਵੀ ਬਾਰੇ ਜ਼ਰੂਰ ਦੱਸ ਦਿੱਤਾ ਜਾਵੇ।